ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਚਾਈ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ। ਮੈਂ ਹਰਮਨ ਥਿੰਦ ਤੇ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ। ਟਾਣਾ ਸਾਹਿਬ, ਮੌਸਮ ਬਹੁਤ ਜ਼ਿਆਦਾ ਬਦਲ ਗਿਆ। ਬਿਲਕੁਲ ਜੀ, ਪਰ ਮੌਸਮ ਵਿਭਾਗ ਦੀ ਇੱਕ ਭਵਿੱਖਬਾਣੀ ਵੀ ਆ। ਉਹ ਕਹਿੰਦੇ ਵੀ ਆਉਂਦੇ 24 ਘੰਟਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਬੱਦਲਵਾਈ ਦੀ ਸੰਭਾਵਨਾ, ਕੁਝ ਕੁ ਥਾਵਾਂ ਦੇ ਉੱਤੇ ਬੂੰਦਾਬਾਂਦੀ ਵੀ ਹੋ ਸਕਦੀ ਆ, ਕਿਉਂਕਿ ਜਿਸ ਤਰੀਕੇ ਦੇ ਨਾਲ ਤਾਪਮਾਨ ਇੱਕਦਮ ਵਧਿਆ ਤੇ ਮੌਸਮ ਦੇ ਵਿੱਚ ਤਬਦੀਲੀ ਆਉਣ ਦੀ ਸੰਭਾਵਨਾ ਪ੍ਰਗਟਾਈ ਗਈ ਆ। ਜੀ ਬਿਲਕੁਲ, ਪਰ ਸਾਰੇ ਹੈਰਾਨ ਨੇ ਕਿ ਇੱਕਦਮ ਜਿਵੇਂ ਮੌਸਮ ਨੇ ਝਕਾਨੀ ਦਿੱਤੀ, ਜਿਵੇਂ ਬਦਲ ਗਿਆ। ਕਿਉਂਕਿ ਆ ਥੋੜੇ ਦਿਨਾਂ ਪਹਿਲਾਂ ਦੀ ਹਾਲੇ ਗੱਲ ਹੈ ਵੀ ਧੁੰਦ ਪੈ ਰਹੀ ਸੀ, ਸਵੇਰੇ ਵੀ ਧੁੰਦ ਹੁੰਦੀ ਸੀ, ਰਾਤ ਨੂੰ ਵੀ ਧੁੰਦ ਹੁੰਦੀ ਸੀ, ਪਰ ਹੁਣ ਇੱਕਦਮ ਉਹ ਧੁੰਦ ਖਤਮ ਹੋ ਗਈ ਹੈ ਤੇ ਮੌਸਮ ਜਿਹੜਾ ਉਹ ਗਰਮੀ ਵੱਲ ਨੂੰ ਵੱਧ ਰਿਹਾ ਹੈ। ਤੇ ਜਿਹੜੇ ਮੌਸਮ ਵਿਭਾਗ ਦੀ ਜਿਹੜੀ ਜਾਣਕਾਰੀ ਮੈਂ ਕੱਲ ਅਖਬਾਰ ਦੇ ਵਿੱਚ ਪੜ੍ਹ ਰਹੀ ਸੀ, ਉਹਨਾਂ ਨੇ ਕਿਹਾ ਕਿ ਕਾਫੀ ਸਾਲਾਂ ਦਾ ਰਿਕਾਰਡ ਵੀ ਟੁੱਟਿਆ ਹੈ, ਵੀ ਕਦੇ ਵੀ ਫਰਵਰੀ ਦੇ ਵਿੱਚ ਇੰਨੀ ਗਰਮੀ ਪਹਿਲਾਂ ਨਹੀਂ ਸੀ ਹੋਈ। ਸੋ ਖੈਰ, ਆਪਾਂ ਹੁਣ ਚਾਈ ਦੇ ਵਿਚਾਰ ਦੀ ਸਾਂਝ ਪਾਈਏ। ਬਿਲਕੁਲ ਜੀ, ਚੱਜ ਦਾ ਵਿਚਾਰ ਮੇਰਾ ਇਹ ਆ ਕਿ ਜੇਕਰ ਤੁਸੀਂ ਬਹੁਤ ਅੱਗੇ ਆ ਤਾਂ ਵੀ ਕੋਈ ਬੜਾ ਮਾਣ ਨਾ ਕਰੋ, ਕਿਉਂਕਿ ਕਈ ਲੋਕ ਤੁਹਾਡੇ ਤੋਂ ਪਿੱਛੇ ਹੈਗੇ ਆ। ਤੇ ਜੇਕਰ ਤੁਸੀਂ ਪਿੱਛੇ ਆ ਤਾਂ ਵੀ ਪਛਤਾਓ ਨਾ, ਕਿਉਂਕਿ ਕਈ ਲੋਕ ਤੁਹਾਡੇ ਤੋਂ ਹੋਰ ਵੀ ਪਿੱਛੇ ਹੈਗੇ ਆ ਤੇ ਕਈ ਲੋਕ ਤੁਹਾਡੇ ਤੋਂ ਪਹਿਲਾਂ ਵੀ ਅੱਗੇ ਸੀਗੇ। ਸੋ ਜਿਹੜੀ ਪੋਜੀਸ਼ਨ ਤੇ ਜਿਹੜੀ ਥਾਂ ਦੇ ਉੱਤੇ ਤੁਸੀਂ ਹੈਗੇ ਹੋ, ਆਪਦੇ ਆਨੰਦ ਦੇ ਨਾਲ ਉੱਥੇ ਚੱਲਦੇ ਰਹੋ। ਐਵੇਂ ਇਸ ਗੱਲ ਦਾ ਸਾੜਾ ਜਾ ਵੀ ਨਾ ਕਰੋ ਵੀ ਫਲਾਣਾ ਮੇਰੇ ਤੋਂ ਅੱਗੇ ਨਿਕਲ ਗਿਆ, ਤੇ ਇਸ ਗੱਲ ਦੇ ਉੱਤੇ ਬੜਾ ਮਾਣ ਵੀ ਨਾ ਕਰੋ ਕਿ ਉਹਨੂੰ ਮੈਂ ਪਿੱਛੇ ਛੱਡਤਾ। ਇਹ ਤਾਂ ਚੱਲੀ ਜਾਂਦਾ। ਬਿਲਕੁਲ, ਮੈਂ ਨਾ ਤੁਹਾਨੂੰ ਇੱਕ ਦਿਨ ਅੱਗੇ ਵੀ ਗੱਲ ਦੱਸੀ ਸੀ ਵੀ ਮਿਲਖਾ ਸਿੰਘ ਦੀ ਕਿਤਾਬ ਆ ਸਵੈ ਜੀਵਨੀ ਆ, ਉਹਦੇ ਵਿੱਚ ਲਿਖਿਆ ਹੋਇਆ ਵੀ 1 ਸਕਿੰਟ ਦੀ ਜਾਂ 2 ਸਕਿੰਟਾਂ ਦੀ ਕੀ ਅਹਿਮੀਅਤ ਆ। ਉਹਦੇ 'ਚ ਦੱਸਿਆ ਹੋਇਆ ਵੀ ਇੱਕ ਵਾਰ ਬਹੁਤ ਵੱਡੀ ਦੌੜ ਦੇ ਵਿੱਚ ਮੈਂ ਹਿੱਸਾ ਲੈ ਰਿਹਾ ਸੀ, ਮੈਂ ਸਭ ਤੋਂ ਮੂਹਰੇ ਜਾ ਰਿਹਾ, ਪਰ ਮੈਂ ਚੋਰ ਅੱਖ ਜੀ ਦੇ ਨਾਲ ਪਿੱਛੇ ਵੇਖਣ ਲੱਗ ਪਿਆ ਵੀ ਮਗਰਲਾ ਕਿੰਨਾ ਕੁ ਪਿੱਛੇ ਰਹਿ ਗਿਆ। ਐਂ ਕਰਕੇ ਹਾਲੇ ਮੈਂ ਐਂ ਦੇਖ ਹੀ ਰਿਹਾ, ਛੂੰ ਕਰਕੇ ਉਹ ਨਾਲ ਦੀ ਨਾਲ ਅੱਗੇ ਨਿਕਲ ਗਿਆ। ਤੇ ਮੈਨੂੰ ਉਹਨਾਂ ਨੇ ਕਿਹਾ ਜੀ ਕਿ 1-2 ਸਕਿੰਟਾਂ ਦਾ ਸਾਰੀ ਜ਼ਿੰਦਗੀ ਪਛਤਾਵਾ ਰਿਹਾ ਵੀ ਜੇ ਮੈਂ ਪਿੱਛੇ ਨੂੰ ਨਾ ਝਾਤੀ ਮਾਰਦਾ, ਜੇ ਮੈਂ ਪਿਛਲੇ ਦੇ ਬਾਰੇ ਜਾਣਕਾਰੀ ਨਾ ਹਾਸਲ ਕਰਨ ਦੀ ਇੱਛਾ ਰੱਖਦਾ, ਤਾਂ ਉਸ ਦੌੜ ਦੇ ਵਿੱਚ ਮੈਂ ਜਿੱਤਣਾ ਸੀ। ਸੋ ਇਸ ਕਰਕੇ ਭਾਈ 1-1 ਸਕਿੰਟ ਦੀ ਬੜੀ ਕੀਮਤ ਆ। ਤੇ ਜੇਕਰ ਤੁਸੀਂ ਪਿੱਛੇ ਰਹਿ ਗਏ ਆ ਤਾਂ ਐਵੇਂ ਨਾ ਕਿਸੇ ਤੇ ਕਲਪੋ, ਤੇ ਜੇਕਰ ਤੁਸੀਂ ਅੱਗੇ ਨਿਕਲ ਗਏ ਆ ਤਾਂ ਐਵੇਂ ਨਾ ਤੁਸੀਂ ਲੁੱਡੀਆਂ ਪਾਓ। ਠੀਕ ਰਹੋ। ਅਸਲ ਦੇ ਵਿੱਚ ਸਰ ਇਹ ਜਰਨਾ ਆਉਣਾ ਚਾਹੀਦਾ ਤੁਹਾਨੂੰ, ਤੁਹਾਡੇ ਅੰਦਰ ਨਾ ਇੱਕ ਜਜ਼ਬ ਕਰਨ ਦੀ ਆਦਤ ਹੋਣੀ ਚਾਹੀਦੀ ਹੈ, ਤੁਹਾਡੇ ਅੰਦਰ ਇੱਕ ਕਿਸੇ ਨੂੰ ਐਪਰੀਸ਼ੀਏਟ ਕਰਨ ਦੀ, ਕਿਸੇ ਦੀ ਸਰਾਹਨਾ ਕਰਨ ਦੀ ਆਦਤ ਹੋਣੀ ਚਾਹੀਦੀ ਹੈ। ਅਸੀਂ ਐਵੇਂ ਇਹ ਸੋਚਦੇ ਹਾਂ ਵੀ ਮੈਂ ਮੋਹਰੇ ਨਹੀਂ ਕਿਸੇ ਨੂੰ ਲੰਘਣ ਦੇਣਾ, ਅਸੀਂ ਐਵੇਂ ਉਹਨੂੰ ਵੇਖ ਕੇ ਮੱਚਦੇ ਰਹਿੰਦੇ ਆ ਤੇ ਉਹਦੇ ਖਿਲਾਫ ਐਵੇਂ ਘੁੰਟਣਾ ਜਿਹਾ ਘੜਦੇ ਰਹਿੰਦੇ ਆ ਵੀ ਇਹ ਕਿੱਦਾਂ ਮੋਹਰੇ ਲੰਘ ਗਿਆ, ਇਹਨੂੰ ਤਾਂ ਮੈਂ ਪਿੱਛੇ ਸਿੱਟੂ। ਇਦਾਂ ਕਦੇ ਨਹੀਂ ਹੁੰਦੀਆਂ। ਜ਼ਿੰਦਗੀ ਚੱਲ ਸੋ ਚੱਲ ਹੈ। ਕਦੇ ਤਾਂ ਨਾ ਕਈ ਬੰਦੇ ਦਿਲ ਤੇ ਐਡਾ ਪੱਥਰ ਰੱਖ ਕੇ ਕਿਸੇ ਦੀ ਸਿਫਤ ਕਰਦੇ, ਜਦੋਂ ਉਹਨਾਂ ਦੇ ਚਿਹਰੇ ਤੋਂ ਝਲਕ ਜਾਂਦਾ ਵੀ ਭਾਈ ਢਿੱਡੋਂ ਕਿਵੇਂ ਆ, ਤੇ ਪਰ ਕਹਿ ਰਹੇ ਆ ਵੀ ਸ਼ਾਬਾਸ਼ ਤੂੰ ਛਾ ਗਿਆ। ਤੁਹਾਡਾ ਕਦੀ ਸਾਹਮਣਾ ਹੋਇਆ ਇਹੋ ਜਿਹੇ ਲੋਕਾਂ ਨਾਲ? ਨਹੀਂ, ਮੇਰਾ ਨਿੱਜੀ ਤੌਰ ਤੇ ਆਵਾਜ਼ ਨਹੀਂ ਪਿਆ। ਅੱਛਾ। ਤੁਹਾਨੂੰ ਹਾਵ ਭਾਵ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਦਿਲੋਂ ਕੀ ਸੋਚ ਰਿਹਾ, ਤੇ ਮੂੰਹ ਤੋਂ ਇਹ ਮਤਲਬ ਸਾਰਿਆਂ ਦਾ ਕਹਿ ਲਓ ਮੁਲਾਜ਼ਾ ਰੱਖਣ ਨੂੰ ਵੀ, ਕਿ ਜੇ 4 ਬੰਦੇ ਖੜੇ ਨੇ ਉਹਨਾਂ ਦੇ ਵਿੱਚ ਆਪਣੀ ਵੀ ਇੱਕ ਚੰਗੀ ਜਿਹੜੀ ਇਮੇਜ ਹੈ, ਚੰਗੀ ਤਸਵੀਰ ਬਣਾਉਣ ਦੇ ਲਈ, ਤੇ ਉਹ ਬੰਦਾ ਝੂਠ ਬੋਲ ਰਿਹਾ, ਪਰ ਉਹਨੂੰ ਕਹਿਣਾ ਪੈਂਦਾ ਵੀ ਸਾਰਿਆਂ ਨੂੰ ਇਹ ਲੱਗੇ ਮੈਂ ਵੀ ਚੰਗਾ, ਮੈਂ ਜਰ ਰਿਹਾ ਕਿਸੇ ਦੀ ਤਰੱਕੀ। ਮੈਂ ਸਲਾਹ ਤਾਂ ਕਰਦਾ। ਬਿਲਕੁਲ ਸਹੀ। ਤੇ ਹੁਣ ਮੇਰੇ ਵਾਲਾ ਚਾਈ ਦਾ ਵਿਚਾਰ ਸਾਂਝਾ ਕਰੀਏ। ਉਹ ਤਾਂ ਠੀਕ ਆ, ਚੱਜ ਦਾ ਵਿਚਾਰ ਤਾਂ ਸਾਂਝਾ ਕਰਨਾ, ਆਪਣੇ ਹੱਥ ਐ ਕਰਿਓ। ਨਹੀਂ ਕਰਦੀ। ਮੈਂ ਤੁਹਾਨੂੰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਸੀ ਕਿ ਆ ਗੱਲ ਨਹੀਂ ਕਰਨੀ। ਮੁੰਦੀਆਂ ਤੁਸੀਂ ਇੰਨੀਆਂ ਪਾਈਆਂ ਵੀ ਪੱਪੀ ਲਹਿਰੀ ਦੀਆਂ ਚੱਕੀਆਂ ਇਹ? ਨਹੀਂ ਟਾਣਾ ਸਾਹਿਬ, ਆਪਣੀਆਂ ਹੀ ਨੇ। ਅੱਛਾ, ਆਪਣੀਆਂ ਹੀ ਆ। ਮੈਂ ਤਾਂ ਹੀ ਲੁਕੋ ਲੀਆਂ। ਅੱਛਾ। ਗੱਲ ਇਹ ਹੈ ਕਿ ਹੁਣ ਮੇਰੇ ਵਾਲੇ ਚਾਈ ਦੇ ਵਿਚਾਰ ਤੇ ਆਈਏ। ਚਾਈ ਦਾ ਵਿਚਾਰ ਜਿਹੜਾ ਮੈਂ ਲੈ ਕੇ ਆਈ ਆ, ਬੜੀਆਂ ਸਿੱਧੀਆਂ ਜੀਆਂ ਸਤਰਾਂ ਨੇ ਤੇ ਹੈ ਵੀ ਬਿਲਕੁਲ ਸਹੀ, ਜੇਕਰ ਕੋਈ ਮੰਨ ਲਵੇ ਤਾਂ। ਕਹਿੰਦੇ ਗਲਤ ਨੂੰ ਗਲਤ ਕਹੋ ਚਾਹੇ ਕੋਈ ਦੋਸਤ ਹੋਏ। ਹਾਂ, ਗਲਤ ਨੂੰ ਗਲਤ ਕਹੋ ਚਾਹੇ ਉਹ ਦੋਸਤ ਹੋਵੇ ਜੀ, ਤੇ ਸਹੀ ਨੂੰ ਸਹੀ ਕਹੋ ਚਾਹੇ ਉਹ ਦੁਸ਼ਮਣ ਹੋਵੇ। ਬਿਲਕੁਲ ਜੀ, ਸਹੀ ਗੱਲ ਆ। ਹਾਂ, ਪਹਿਲੀ ਗੱਲ ਤਾਂ ਦੁਸ਼ਮਣ ਆਪਾਂ ਬਣਾਉਣਾ ਹੀ ਕਿਉਂ ਆ, ਪਰ ਜੇਕਰ ਹੈ ਵੀ ਕਿਸੇ ਦੇ ਪ੍ਰਤੀ ਕੋਈ ਮੰਦ ਭਾਵਨਾ ਜਿਹੜੀ ਕਿ ਹੋਣੀ ਨਹੀਂ ਚਾਹੀਦੀ, ਤਾਂ ਵੀ ਉਹਦੀ ਸਹੀ ਨੂੰ ਸਹੀ ਗੱਲ ਕਹਿਣਾ ਚਾਹੀਦਾ। ਪਰ ਕਿਉਂਕਿ ਨਾ ਕਈ ਵਾਰੀ ਸਾਡੀ ਧਾਰਨਾ ਬਣ ਜਾਂਦੀ ਹੈ ਵੀ ਨਹੀਂ, ਆਹ ਬੰਦਾ ਜਿਹੋ ਜਿਹਾ ਮਰਜ਼ੀ ਕੰਮ ਕਰੇ ਇਹਨੂੰ ਮੈਂ ਮਾੜਾ ਹੀ ਕਹਿਣਾ, ਤੇ ਆ ਮੇਰਾ ਆਪਣਾ ਭਾਵੇਂ ਜਿੰਨੀ ਮਰਜ਼ੀ ਕੜੀ ਘੋਲੇ ਤੇ ਇਹਨੂੰ ਮੈਂ ਸਿਫਤ ਹੀ ਕਰਨੀ, ਇਹਨੂੰ ਚੰਗਾ ਹੀ ਕਹਿਣਾ। ਇਸ ਕਰਕੇ ਨਿਰਪੱਖ ਰਹਿਣਾ ਚਾਹੀਦਾ। ਹਾਂ, ਅਕਸਰ ਆਪਾਂ ਘਰਾਂ ਦੇ ਵਿੱਚ ਵੀ ਆਮ ਤੌਰ ਤੇ ਵੇਖਦੇ ਹਾਂ ਵੀ ਕਈਆਂ ਨੂੰ ਆਦਤ ਹੁੰਦੀ ਹੈ, ਕਈ ਮਾਵਾਂ ਨੂੰ ਖਾਸ ਤੌਰ ਤੇ, ਹਾਲਾਂਕਿ ਹਰ ਮਾਂ ਦੇ ਲਈ ਆਪਣਾ ਬੱਚਾ ਪਿਆਰਾ ਹੁੰਦਾ ਹੈ, ਪਰ ਉਹ ਬਹੁਤੀ ਵਾਰ ਆਪਣੇ ਬੱਚੇ ਦੀ ਗਲਤ ਗੱਲ ਨੂੰ ਵੀ ਨਜ਼ਰਅੰਦਾਜ਼ ਕਰਕੇ ਉਹਦੀਆਂ ਸਿਫਤਾਂ ਹੀ ਕਰੀ ਜਾਣਗੇ। ਲੈ ਮੇਰੇ ਮੁੰਡੇ ਵਰਗਾ ਤਾਂ ਕੋਈ ਨਹੀਂ, ਮੇਰੀ ਕੁੜੀ ਵਰਗਾ ਤਾਂ ਕੋਈ ਨਹੀਂ। ਪਰ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦੇ ਰਹਿੰਦੇ ਹਾਂ ਤੇ ਇੱਕ ਦਿਨ ਫਿਰ ਸਾਨੂੰ ਬਹੁਤ ਵੱਡਾ ਪਛਤਾਵਾ ਹੁੰਦਾ ਹੈ ਕਿ ਜੇਕਰ ਸਹੀ ਵੇਲੇ ਦੇ ਵਿੱਚ ਇਹਨੂੰ ਰੋਕਿਆ ਹੁੰਦਾ, ਟੋਕਿਆ ਹੁੰਦਾ, ਜਾਂ ਸਹੀ ਵੇਲੇ ਦੇ ਵਿੱਚ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਿਹਾ ਹੁੰਦਾ, ਤਾਂ ਸ਼ਾਇਦ ਫਿਰ ਇਹ ਪਛਤਾਵਾ ਅੱਜ ਨਾ ਹੁੰਦਾ। ਮੈਂ ਨਾ ਇੱਕ ਵਾਰੀ ਕਿਸੇ ਦੇ ਘਰੇ ਗਿਆ, ਨਿਆਣਾ ਉਹਨਾਂ ਦਾ ਇਹ ਅਸਗਾ ਹਰਕਤਾਂ ਕਰੇ ਵੀ ਪੁੱਛੋ ਕੁਛ ਨਾ।
ਨਿਆਣਾ ਉਹਨਾਂ ਦਾ ਕਿਤੇ ਛਾਲ ਮਾਰ ਕੇ ਉਧਰ ਚੜ ਜੇ, ਕਦੇ ਕੁਛ ਕਰਦੇ, ਕਦੇ ਕੁਛ ਕਰਦੇ, ਕਦੇ ਕੁਛ ਕਰਦੇ। ਮੈਂ ਕਿਹਾ ਵੀ ਇਹਨੂੰ ਹੋਇਆ ਕੀ ਆ? ਜੀ ਪਹਿਲਾਂ ਤੋਂ ਬਹਾਨਾ ਜਿਹਾ ਬਣਾਏ ਗਏ, ਨਹੀਂ ਬੱਚੇ ਐਂ ਕਰਦੇ ਹੁੰਦੇ, ਫਲਾਹ ਕਰਦੇ ਹੁੰਦੇ। ਮੈਂ ਕਿਹਾ ਵੀ ਬੱਚੇ ਤਾਂ ਐਂ ਕਰਦੇ ਹੁੰਦੇ ਆ, ਐਦਾਂ ਨਹੀਂ ਕਰਦੇ ਹੁੰਦੇਗੇ ਜਿਵੇਂ ਇਹ ਕਰ ਰਿਹਾ। ਵੀ ਇਹ ਤਾਂ ਟਿਕਦਾ ਹੀ ਨਹੀਂ, ਇਹਦੀ ਪਿੱਠ ਤਾਂ ਮੈਂ ਲੱਗੀ ਦੇਖੀ ਨਹੀਂ। ਇਹ ਕਿਸੇ ਦਾ ਰਿਕਾਰਡ ਹੀ ਤੋੜ ਦੇਵੇ, 2 ਮਿੰਟ ਇੱਕ ਥਾਂ ਤੇ ਟਿਕ ਕੇ ਤਾਂ ਬਹਿ ਜਾ। ਨਾ ਜੀ, ਉਹ ਨਿਆਣਾ ਕੀ ਹਰਕਤਾਂ ਕਰੇ, ਜੁੱਤੀ ਚੱਕ ਕੇ ਲਿਆਵੇ ਮੇਜ਼ ਤੇ ਰੱਖ ਦੇਵੇ, ਪਾਣੀ ਆ ਜਿਹੜਾ ਉਹ ਫਰਸ਼ ਤੇ ਡੋਲਦਿਆ ਕਰੇ, ਕੋਈ ਚੀਜ਼ ਖਾਣ ਨੂੰ ਦੇਣ ਪਲੇਟ ਜੀ ਤਾਂ ਉਹਨੂੰ ਚਲਾ ਦਿਆ ਕਰੇ। ਮੈਂ ਨਾ ਪੂਰਾ ਬਾਂਦਰ ਸਟਾਈਲ ਕੰਮ ਚੱਲਿਆ ਉੱਥੇ। ਮੈਂ ਕਿਹਾ ਵੀ ਇਹ ਗੱਲ ਕੀ ਆ? ਕਹਿੰਦੇ ਅੱਜ ਕੱਲ੍ਹ ਇਹ ਡਿਸਕਵਰੀ ਚੈਨਲ ਬਹੁਤ ਦੇਖਦਾ, ਅੱਜ ਕੱਲ੍ਹ ਇਹ ਬਾਂਦਰਾਂ ਬੂੰਦਰਾਂ ਦੀਆਂ ਫੋਟੋਆਂ ਬੜੀਆਂ ਵੇਖਦਾ, ਅੱਜ ਕੱਲ੍ਹ ਇਹ ਨਾ ਇਸ ਰੰਗ ਦੇ ਵਿੱਚ ਰੰਗਿਆ ਹੋਇਆ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਬਹੁਤ ਚੰਗੀ ਗੱਲ ਆ। ਇਹਦੇ ਤੇ ਪ੍ਰਭਾਵ ਆ ਜਿਹੜਾ ਉਹ ਪਸ਼ੂ ਪੰਛੀਆਂ ਦੇ ਪ੍ਰੇਮ ਦਾ ਵੀ ਪੈ ਜੇ, ਪਰ ਇਹਨੂੰ ਅਲੀ ਬਾਬਾ 40 ਚੋਰ ਫਿਲਮ ਨਾ ਵਿਖਾਇਓ। ਠੀਕ ਆ, ਇਹ ਕੋਈ ਹੋਰ ਚੰਦ ਚਾੜੂਗਾ। ਕਹਿਣ ਦਾ ਭਾਵ ਇਹ ਆ ਵੀ ਆਪਦੇ ਬੱਚੇ ਦੀ ਭਾਵੇਂ ਗਲਤ ਗੱਲ ਹੋਵੇ, ਭਾਵੇਂ ਆਪਦੇ ਕਿਸੇ ਹੋਰ ਪਿਆਰੇ ਦੀ ਗਲਤ ਗੱਲ ਹੋਵੇ, ਉਹਨੂੰ ਗਲਤ ਨੂੰ ਗਲਤ ਕਹੋ, ਉਹਨੂੰ ਝਿੜਕੋ ਵੀ, ਉਹਨੂੰ ਰੋਕੋ ਵੀ, ਕਿਉਂਕਿ ਜਿਹੜੇ ਅਸੀਂ ਅੱਜ ਉਹਨੂੰ ਸੰਸਕਾਰ ਦੇਤੇ, ਉਹਨੇ ਭਵਿੱਖ ਦੇ ਵਿੱਚ ਉਹਨਾਂ ਦੇ ਉੱਤੇ ਚੱਲਣਾ। ਨਿਆਣੇ ਤਾਂ ਕੋਰੇ ਕਾਗਜ਼ ਵਰਗੇ ਆ, ਜਿਹੋ ਜਿਹੇ ਪੂਰਨੇ ਪਾ ਦੋਗੇ ਉਹਨਾਂ ਨੇ ਉਵੇਂ ਹੀ ਚੱਲਣਾ। ਜੱਜ ਦਾ ਵਿਚਾਰ। ਟਾਣਾ ਸਾਹਿਬ, ਕੱਲ ਮੈਂ ਇੱਕ ਬਿਆਨ ਪੜਿਆ ਤੇ ਮੈਂ ਕਿਹਾ ਮੈਂ ਟਾਣਾ ਸਾਹਿਬ ਤੋਂ ਵਿਸਥਾਰ ਸਹਿਤ ਵਿਆਖਿਆ ਲਵਾਂਗੀ ਇਹਦੀ, ਕਿਉਂਕਿ ਮੇਰੀ ਇੰਨੀ ਸਮਝ ਕਿੱਥੇ ਕਿ ਮੈਂ ਵੱਡੀਆਂ ਗੱਲਾਂ ਸਮਝ ਸਕਾਂ। ਮੈਨੂੰ ਉਹ ਬਿਆਨ ਪੜ੍ਹ ਕੇ ਹਾਸਾ ਵੀ ਆਇਆ, ਮੈਨੂੰ ਅਫਸੋਸ ਵੀ ਹੋਇਆ, ਮੈਨੂੰ ਤਰਸ ਵੀ ਆਇਆ ਕਿ ਮਤਲਬ ਬੰਦਾ ਕਿਹੜੇ ਵਹਿਮ, ਕਿਹੜੇ ਭੁਲੇਖੇ 'ਚ ਤੁਰਿਆ ਫਿਰਦਾ ਹੈ ਨਾ। ਮੈਂ ਗੱਲ ਕਰ ਰਹੀ ਹਾਂ ਹਰਜੀਤ ਗਰੇਵਾਲ ਹੋਰਾਂ ਦੀ। ਦੇਖੋ, ਇਸ ਵੇਲੇ ਜੋ ਸਥਿਤੀ ਹੈ ਆਪਾਂ ਸਾਰੇ ਉਹਨੂੰ ਚੰਗੀ ਤਰ੍ਹਾਂ ਜਾਣਦੇ ਹਾਂ, ਪਰ ਹਰਜੀਤ ਗਰੇਵਾਲ ਹੋਰਾਂ ਨੇ ਇੱਕ ਬਿਆਨ ਦਿੱਤਾ, ਪੂਰਾ ਡਟਵਾਂ ਬਿਆਨ, ਜਿਹਦੇ 'ਚ ਉਹ ਕਹਿੰਦੇ ਵੀ ਦੇਖੋ ਗੱਲ ਹੈਗੀ ਏਦਾਂ ਵੀ ਕਾਨੂੰਨ ਤਾਂ ਵਾਪਸ ਹੋਣੇ ਨਹੀਂ। ਪਹਿਲੀ ਗੱਲ ਤਾਂ ਇਹ, ਤੇ ਦੂਜੀ ਗੱਲ ਇਹ ਵੀ ਜੇਕਰ ਕਿ ਹਾਂ ਬਾਲਾ ਹੱਸੀ ਜਾਂਦੇ ਨਾ, ਫਿਰ ਕਿਸੇ ਨਾ ਕਿਸੇ ਨੇ ਕਹਿ ਦੇਣਾ ਨਹੀਂ ਹੱਸਣ ਵਾਲੀ ਕਿਹੜੀ ਗੱਲ ਆ। ਚੇਤਾ ਆ ਗਿਆ ਉਹ ਬਿਆਨ। ਤੇ ਕਹਿੰਦੇ ਦੂਜੀ ਗੱਲ ਇਹ ਹੈ, ਕਿਉਂਕਿ ਰਾਕੇਸ਼ ਟਕੈਤ ਹੋਰਾਂ ਨੇ ਪਿਛਲੇ ਦਿਨ ਇਹ ਕਿਹਾ ਸੀ ਵੀ 40 ਲੱਖ ਟਰੈਕਟਰਸ ਲੈ ਕੇ ਅਸੀਂ ਸੰਸਦ ਦਾ ਘਿਰਾਓ ਕਰਾਂਗੇ, ਤੇ ਹਰਜੀਤ ਗਰੇਵਾਲ ਕਹਿੰਦੇ ਵੀ ਦੂਜੀ ਗੱਲ ਇਹ ਵੀ ਜੇ ਸੰਸਦ ਵੱਲ ਨੂੰ ਜਾਣਾ ਤੇ ਸ਼ਾਂਤਮਈ ਤਰੀਕੇ ਨਾਲ ਜਾਓ, ਸਾਨੂੰ ਕੋਈ ਤੰਗੀ ਨਹੀਂ। ਅੱਛਾ, ਵੀ ਗੱਲ ਇਹ ਆ ਵੀ ਜਦੋਂ ਹਰਜੀਤ ਗਰੇਵਾਲ ਹੋਰੀ ਕਹਿ ਰਹੇ ਨੇ, ਉਦੋਂ ਤੋਂ ਬਾਅਦ ਕੋਈ ਸਮੱਸਿਆ ਨਹੀਂ ਆਉਂਦੀ। ਉਹਨਾਂ ਨੇ ਕਿਹਾ ਵੀ ਖੇਤੀ ਕਾਨੂੰਨ ਰੱਦ ਨਹੀਂ ਹੋਣੇ, ਤਾਂ ਇਹ ਨਹੀਂ ਹੋਣੇ। ਦੇਖੋ, ਬੰਦੇ ਦੀ ਜ਼ੁਬਾਨ ਹੁੰਦੀ ਆ। ਉਹਨਾਂ ਨੇ ਕਿਹਾ ਵੀ ਤੁਸੀਂ ਜਦੋਂ ਮਰਜ਼ੀ ਮਾਰਚ ਕਰ ਲਓ, ਸ਼ਾਂਤਮਈ ਕਰੋ, ਪਾਰਲੀਮੈਂਟ ਦੇ ਵੱਲ ਜਾਓ, ਤੇ ਕੋਈ ਸਮੱਸਿਆ ਨਹੀਂ। ਹੁਣ ਨਾ ਤਾਂ ਪ੍ਰਧਾਨ ਮੰਤਰੀ ਨੇ ਰੋਕਣਾ, ਨਾ ਪੁਲਿਸ ਨੇ ਰੋਕਣਾ, ਨਾ ਦਿੱਲੀ ਦੀ ਪੁਲਿਸ ਨੇ ਰੋਕਣਾ। ਮੈਂ ਤਾਂ ਸਮਝ ਨਹੀਂ ਆਉਂਦੀ ਗੀ ਵੀ ਆਪਾਂ ਇੰਨੀਆਂ ਵੱਡੀਆਂ ਗੱਲਾਂ ਕਰਦੇ ਕਾਹਤੋਂ ਆ? ਆਪਾਂ ਓਨੀ ਕੁ ਗੱਲ ਕਰੀਏ ਜਿੰਨੇ ਕੁ ਜੋਗੇ ਆਪਾਂ ਹੈਗੇ ਆ। ਹੁਣ ਪੱਤਰਕਾਰਾਂ ਨੇ ਸਵਾਲ ਪੁੱਛਿਆ ਵੀ ਖੇਤੀ ਕਾਨੂੰਨ ਕਿਉਂ ਨਹੀਂ ਰੱਦ ਹੋ ਰਹੇ? ਕਹਿੰਦੇ ਇਹ ਨਹੀਂ ਹੋਣੇ, ਪੱਕੀ ਗੱਲ ਹੈ, ਇਹ ਨਹੀਂ ਹੋਣਗੇ। ਵੀ ਜਿਵੇਂ ਬਣਾਏ ਵੀ ਇਹਨਾਂ ਨੇ ਸੀ, ਰੱਦ ਵੀ ਇਹਨਾਂ ਨੇ ਕਰਨੇ ਆ, ਨਹੀਂ ਵੀ ਇਹਨਾਂ ਨੇ ਕਰਨੇ, ਸੋਧਾਂ ਵੀ ਇਹਨਾਂ ਨੇ ਕਰਨੀਆਂ। 11 ਮੀਟਿੰਗਾਂ ਹੋਈਆਂ ਹੁਣ ਤੱਕ, ਜਿਵੇਂ 11 ਮੀਟਿੰਗਾਂ ਦੇ ਵਿੱਚ ਨਾਲ ਬੈਠੇ ਸੀਗੇ, ਇਹਨਾਂ ਨੂੰ ਸਾਰਾ ਪਤਾ। ਹਾਂ, ਤੇ 12ਵੀਂ ਦੇ ਲਈ ਵੀ ਇਹਨਾਂ ਨੂੰ ਸੱਦਾ ਭੇਜਿਆ ਜਾਊਗਾ ਵੀ ਦੇਖੋ ਸਾਡੇ ਤੋਂ ਤਾਂ ਕੋਈ ਗੱਲ ਹੋ ਨਹੀਂ ਰਹੀ, ਤੁਸੀਂ ਆਓ ਤੇ ਆ ਕੇ ਵਿਚਾਰਾਂ ਸਾਂਝੀਆਂ ਕਰੋ। ਜੇ ਹੁਣ ਮੰਨ ਲਓ ਕਿਸਾਨ ਸੱਚੀ ਮੁੱਚੀ ਪਾਰਲੀਮੈਂਟ ਦੇ ਵੱਲ ਤੁਰ ਪੈਣ, ਰਾਹ ਦੇ ਵਿੱਚ ਕੋਈ ਰੋਕੇ, ਪੁਲਿਸ ਰੋਕੇ, ਹੋਰ ਪ੍ਰਸ਼ਾਸਨ ਰੋਕੇ, ਤਾਂ ਉਹ ਅੱਗੇ ਕਹਿ ਰਹੇ ਕਿਸਾਨ ਵੀ ਆਪਾਂ ਨੂੰ ਗਰੇਵਾਲ ਨੇ ਕਿਹਾ ਸੀ। ਫੇਰ ਮੈਂ ਵੀ ਇਹੀ ਸੋਚਿਆ ਸੀ ਵੀ ਆਪਾਂ ਮਤਲਬ ਕਿੱਧਰੋਂ ਤੇ ਕਿਵੇਂ ਆਪਾਂ ਹਾਲੇ ਵੀ ਹਾਲਾਤ ਵੇਖਣ ਤੋਂ ਬਾਅਦ ਵੀ ਚੁੱਪ ਨਹੀਂ ਕਰ ਰਹੇ। ਦੇਖੋ, ਕੁਝ ਕੁ ਬੰਦੇ ਇਹੋ ਜਿਹੇ ਨੇ ਟਾਣਾ ਸਾਹਿਬ ਜਿਨ੍ਹਾਂ ਨੇ ਇਸ ਕਿਸਾਨੀ ਸੰਘਰਸ਼ ਦੇ ਵਿੱਚ ਵਾਵਾ ਹੀ ਨਾਮਣਾ ਖੱਟਿਆ ਗਲਤ ਵਾਲੇ ਬੰਨੇ ਨੂੰ। ਉਹਦੇ ਚਾਹੇ ਉਹ ਫਿਰ ਖੱਟਰ ਸਾਹਿਬ ਦੀ ਗੱਲ ਕਰ ਲਈ, ਅੱਜ ਕੱਲ ਚੁੱਪ ਨੇ, ਕਿਤੇ ਕਿਤੇ ਬੋਲਦੇ ਨੇ। ਜਦੋਂ ਐ ਕਹਿ ਦਈਏ ਨਾ, ਉਹ ਕੁਛ ਨਾ ਕੁਛ ਕਹਿੰਦੇ ਹੁੰਦੇ ਆ। ਮੈਂ ਤਾਂ ਹੀ ਕਿਹਾ ਕਿਤੇ ਕਿਤੇ ਬੋਲਦੇ ਨੇ। ਉਸ ਤੋਂ ਬਾਅਦ ਹਰਜੀਤ ਗਰੇਵਾਲ ਹੋਰੀ, ਇਹਨਾਂ ਨੇ ਤਾਂ ਇੰਨਾ ਨਾਮਣਾ ਖੱਟਿਆ, ਚਾਹੇ ਭੱਜ ਵੀ ਜਾਂਦੇ ਨੇ ਜਦੋਂ ਇਹਨਾਂ ਨੂੰ ਘਿਰਾਓ ਪੈਣ ਲੱਗਦਾ ਹੈ, ਚਾਹੇ ਰੋਟੀ ਖਾਂਦੇ ਖਾਂਦੇ ਵਿੱਚ ਹੀ ਰੋਟੀ ਛੱਡ ਕੇ ਢਾਬੇ ਤੇ ਕੰਧਾਂ ਟੱਪ ਜਾਂਦੇ ਨੇ, ਪਰ ਫਿਰ ਵੀ ਬਾਅਦ ਚ ਕਹਿੰਦੇ ਮੈਂ ਤਾਂ ਪਹਿਲੇ ਚਲ ਗਿਆ ਸੀ। ਸੋ ਗੱਲ ਇਹ ਹੈ, ਸਭਿਅਕ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਹੈ। ਤੁਸੀਂ ਜੋ ਵੀ ਕਹਿਣਾ ਹੈ, ਤੁਸੀਂ ਕਿਸੇ ਪਾਰਟੀ ਦੇ ਨਾਲ ਜੁੜੇ ਹੋਏ ਹੋ ਤੇ ਉਸ ਪਾਰਟੀ ਦੀ ਮਰਿਆਦਾ ਦਾ ਵੀ ਖਿਆਲ ਰੱਖੋ ਨਾ। ਆ ਪਤਾ ਲੱਗਾ ਜੀ ਕਿ ਪਟਿਆਲਾ ਖੇਤਰ ਦੇ ਵੱਲ, ਕਈ ਹੋਰ ਖੇਤਰਾਂ ਦੇ ਵੱਲ ਬੀਜੇਪੀ ਦੇ ਜਿਹੜੇ ਸੀਗੇ ਨਗਰ ਕੌਂਸਲ, ਨਗਰ ਨਿਗਮ ਦੀਆਂ ਚੋਣਾਂ ਦੇ ਉਮੀਦਵਾਰ, ਉਹਨਾਂ ਨੇ ਕੀਤਾ ਫੋਨ ਜੀ ਵੀ ਆ ਕੇ ਉਸਤਾਦ ਜੀ ਪ੍ਰਚਾਰ ਤਾਂ ਕਰ ਜੋ। ਕਹਿੰਦੇ ਵੀ ਮੈਂ ਕਾਨੂੰਨਾਂ 'ਚ ਬਿਜ਼ੀ ਆ ਇਸ ਵਕਤ ਦਿੱਲੀ ਦੇ ਵਿੱਚ, ਵੀ ਮੇਰੀਆਂ ਇੱਥੇ ਜ਼ਿੰਮੇਵਾਰੀਆਂ ਬਹੁਤ ਵਧੀਆਂ, ਪ੍ਰਧਾਨ ਮੰਤਰੀ ਸਾਹਿਬ ਨੇ ਸਲਾਹ ਲੈਣੀ ਹੁੰਦੀ ਹੈ, ਐਤਕੀ ਤੁਸੀਂ ਆਪਦਾ ਬੁੱਤਾ ਆਪੇ ਸਾਰੋ, ਅਗਲੀ ਵਾਰ ਆਪਾਂ ਵੇਖਦੇ ਆ। ਹੁਣ ਮੈਂ ਹੈਰਾਨ ਹੀ ਹੋ ਜਾਂਦਾ, ਮੈਂ ਕਦੇ ਕਦੇ ਨਾ ਇੰਨੀ ਵੱਡੀ ਗੱਲ ਕੋਈ ਨਾ ਕੋਈ ਛੱਡ ਦਿੰਦਾ ਵੀ ਕੀ ਕਹੀਏ ਤੇ ਕੀ ਨਾ ਕਹੀਏ। ਪਤਾ ਕੀ ਇਹੀ ਕਾਰਨ ਹੈ, ਆਪਾਂ ਸਮਝ ਨਹੀਂ ਰਹੇ ਟਾਣਾ ਸਾਹਿਬ। ਤੁਹਾਨੂੰ ਪਤਾ ਨਾ ਕਿ ਕੁਝ ਕੁ ਸਮਾਂ ਪਹਿਲਾਂ ਸੁਰਜੀਤ ਕੁਮਾਰ ਜਿਆਣੀ ਤੇ ਹਰਜੀਤ ਗਰੇਵਾਲ ਹੋਰਾਂ ਨੂੰ ਬੁਲਾਇਆ ਸੀ ਪ੍ਰਧਾਨ ਮੰਤਰੀ ਸਾਹਿਬ ਨੇ ਦਿੱਲੀ ਦੇ ਵਿੱਚ। ਉਦੋਂ ਵੀ ਗਰੇਵਾਲ ਸਾਹਿਬ ਨਾਲ ਸਲਾਹ ਮਸ਼ਵਰਾ ਹੀ ਕਰਨਾ ਹੋਣਾ ਵੀ ਦੱਸੋ ਗਰੇਵਾਲ ਜੀ ਕਿਵੇਂ ਕਰੀਏ।
ਤੇ ਉਹਨਾਂ ਨੇ ਕਿਹਾ ਵੀ ਦੇਖੋ ਰੱਦ ਤਾਂ ਨਹੀਂ ਹੋਣੇ। ਤੇ ਜੇ ਸਲਾਹਾਂ ਇਦਾਂ ਹੀ ਲੈਂਦੇ ਰਹੇ ਫਿਰ ਤਾਂ ਤਰ ਗਏ। ਜੀ ਬਿਲਕੁਲ। ਤੇ ਦੂਜੇ ਪਾਸੇ ਹੁਣ ਆਪਾਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਹੋਰਾਂ ਦੀ ਵੀ ਗੱਲ ਕਰ ਲਈਏ। ਉਹ ਵੀ ਗਏ ਸੀ ਇੱਕ ਸਮਾਗਮ ਦੇ ਵਿੱਚ। ਜੀ। ਪੱਤਰਕਾਰ ਕਹਿੰਦੇ ਵੀ ਕਿਸਾਨੀ ਬਾਰੇ ਕੀ ਕਹੋਗੇ, ਕਿਸਾਨ ਅੰਦੋਲਨ ਬਾਰੇ ਕੀ ਕਹੋਗੇ। ਪਹਿਲਾਂ ਤਾਂ ਪੱਲਾ ਜਿਹਾ ਝਾੜੀ ਗਿਆ ਵੀ ਨਹੀਂ, ਅੱਜ ਮੈਂ ਜਿਹੜੇ ਪ੍ਰੋਗਰਾਮ ਵਾਸਤੇ ਆਇਆ ਭਾਈ ਉਹਦੇ ਬਾਰੇ ਗੱਲ ਕਰਨੀ ਆ। ਫਿਰ ਪੱਤਰਕਾਰ ਕਹਿੰਦੇ ਵੀ ਕੁਛ ਤਾਂ ਕਹੋ। ਕਹਿੰਦੇ ਵੀ ਜਿਹੜੀਆਂ ਅਸੀਂ ਗੱਲਾਂ ਕਹੀਆਂ ਸੀ, ਜੇਕਰ ਉਹਨਾਂ ਦੇ ਉੱਤੇ ਕਿਸਾਨ ਸਹਿਮਤ ਆ, ਜੇਕਰ ਉਹ ਸਾਰੀਆਂ ਸ਼ਰਤਾਂ ਮਨਜ਼ੂਰ ਆ, ਤਾਂ ਫਿਰ ਭਾਵੇਂ ਜਦੋਂ ਮਰਜ਼ੀ ਗੱਲ ਕਰ ਲੈਣ। ਤੇ ਉਹ ਗੱਲਾਂ ਕਿਹੜੀਆਂ ਸੀ? 1.5 ਸਾਲ ਦੇ ਲਈ ਕਾਨੂੰਨ ਅਸੀਂ ਰੋਕ ਦਿੰਨੇ ਆ ਤੇ ਤੁਸੀਂ ਆਪਣੀਆਂ ਟਰਾਲੀਆਂ ਟਰੈਕਟਰ ਲੈ ਕੇ ਘਰਾਂ ਨੂੰ ਮੁੜ ਜਾਓ ਤੇ ਅੰਦੋਲਨ ਤੁਸੀਂ ਸਮਾਪਤ ਕਰ ਦਿਓ। ਸੋ ਉਹ ਹਾਲੇ ਵੀ ਇਸ ਗੱਲ ਦੇ ਉੱਤੇ ਅੜੇ ਹੋਏ ਆ। ਉਹ ਕੋਈ ਕਾਨੂੰਨ ਰੱਦ ਕਰਨ ਵਾਲੀ ਗੱਲ ਹਾਲੇ ਤੱਕ ਕਰ ਨਹੀਂ ਰਹੇ। ਪਰ ਮੈਨੂੰ ਇੱਕ ਚੀਜ਼ ਸਮਝ ਨਹੀਂ ਆਈ ਟਾਣਾ ਸਾਹਿਬ, ਹਾਲੇ ਵੀ ਮੈਂ ਪ੍ਰਧਾਨ ਮੰਤਰੀ ਮੋਦੀ ਹੋਰਾਂ ਦਾ ਵੀ ਬਿਆਨ ਪੜ੍ਹ ਰਹੀ ਸੀ। ਉਹ ਕਹਿੰਦੇ ਕਿ ਅਸੀਂ ਤਾਂ ਦੇਖੋ ਜੀ ਕਿਸਾਨਾਂ ਦਾ ਫਾਇਦਾ ਕਰਨ ਬਾਰੇ ਸੋਚ ਰਹੇ ਹਾਂ। ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਵੀ ਜੇ ਤੁਸੀਂ ਇੱਕ ਪਾਸੇ ਕਹਿੰਦੇ ਹੋ ਫਾਇਦਾ ਕਰਨ ਬਾਰੇ ਸੋਚ ਰਹੇ, ਇੱਕ ਪਾਸੇ ਕਹਿੰਦੇ ਹੋ 1.5 ਸਾਲ ਲਈ ਚਲੋ ਕਾਨੂੰਨ ਰੋਕ ਦਿੰਨੇ ਆ, ਤੇ ਜੇ ਉਹ 1.5 ਸਾਲਾਂ ਲਈ ਫਾਇਦਾ ਰੁਕ ਸਕਦਾ ਤੇ ਫਿਰ ਪੱਕਾ ਕਿਉਂ ਨਹੀਂ ਰੁਕ ਸਕਦਾ? ਮਤਲਬ ਤੁਹਾਨੂੰ ਇੰਨਾ ਫਾਇਦਾ ਕਿਹੜਾ ਕਾਲਾ ਆਇਆ ਹੋਇਆ ਵੀ ਬੰਦੇ ਇੰਨੀ ਦੇਰ ਤੋਂ ਉੱਥੇ ਬੈਠੇ ਨੇ, ਕਹਿੰਦੇ ਨਹੀਂ ਚਾਹੀਦਾ ਫਾਇਦਾ, ਨਹੀਂ ਚਾਹੀਦਾ, ਨਹੀਂ ਚਾਹੀਦਾ, ਤੁਸੀਂ ਧੱਕੇ ਨਾਲ ਹੀ ਉਹਨਾਂ ਨੂੰ ਕਹੀ ਜਾਂਦੇ ਹੋ ਵੀ ਫਾਇਦਾ ਦਿਆਂਗੇ। ਜੇ ਇੰਨਾ ਫਾਇਦਾ ਦੇਣ ਬਾਰੇ ਸੋਚਦੇ ਹੋ ਤਾਂ ਫਿਰ ਉਹ 15 ਲੱਖ ਉਹ ਵਾਲਾ ਫਾਇਦਾ ਕਿਉਂ ਨਹੀਂ ਦਿੱਤਾ? ਬਿਲਕੁਲ ਸਹੀ ਗੱਲ ਆ। ਜੱਜ ਦਾ ਵਿਚਾਰ। ਟਾਣਾ ਸਾਹਿਬ ਇੱਕ ਹੋਰ ਨਾਂ ਬਦਲ ਗਿਆ। ਨਾ ਬਦਲ ਗਿਆ। ਹੁਣ ਤਾਂ ਮੈਂ ਸੌਣ ਲੱਗਾ ਨਾ ਇਹ ਲਿਖ ਕੇ ਪੈਣਾ ਵੀ ਭਾਈ ਪਹਿਲਾਂ ਮੇਰਾ ਨਾਂ ਕੀ ਸੀਗਾ। ਅੱਛਾ ਜੀ। ਵੀ ਇਹ ਨਹੀਂ ਪਤਾ ਤੜਕੇ ਨੋਟ ਕੇ ਕਹਿ ਦੇਣਾ ਅੱਜ ਤੋਂ ਇਹ ਰਮੇਸ਼ ਕੁਮਾਰ ਆ ਜਾਂ ਇਹ ਮੁਖਤਿਆਰ ਸਿੰਘ ਆ। ਕੋਈ ਪਤਾ ਨਹੀਂ ਭਾਈ ਕਿਹੜੀ ਚੀਜ਼ ਦਾ ਨਾਂ ਬਦਲ ਦੇਣ। ਇਸ ਕਰਕੇ ਭਾਈ ਆਪਦੀਆਂ ਚੀਜ਼ਾਂ ਦੇ ਉੱਤੇ ਪੂਰਾ ਧਿਆਨ ਰੱਖੋ। ਇਹ ਵੀ ਨਹੀਂ ਪਤਾ ਕਿਹੜੀ ਚੀਜ਼ ਵੇਚ ਦਿੱਤੀ ਜਾਵੇ, ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਗੱਲ ਬੜੀ ਸਪਸ਼ਟ ਕਹਿਤੀ ਆ। ਉਹ ਕਹਿੰਦੇ ਵੀ 100 ਜਾਇਦਾਦਾਂ ਅਸੀਂ ਵੇਚਣ ਦਾ ਪੂਰਾ ਪ੍ਰੋਗਰਾਮ ਬਣਾ ਲਿਆ। ਆ ਜਿਹੜੀ ਹੈਗੀ ਆ ਆਪਣੀ 에ਅਰਲਾਈਨ, ਇਹਦੇ ਬਾਬਤ ਵੀ ਗੱਲਬਾਤ ਲਗਭਗ ਸਿਰੇ ਚੜ ਗਈ ਆ। ਉਹ ਕਹਿੰਦੇ 2.5 ਲੱਖ ਕਰੋੜ ਰੁਪਏ ਦੀਆਂ ਅਸੀਂ ਜਾਇਦਾਦਾਂ ਵੇਚਣੀਆਂ ਤੇ ਉਹਦੇ ਲਈ ਅਸੀਂ ਜਨ ਕਲਿਆਣ ਪ੍ਰੋਗਰਾਮ ਸੋਚੇ ਆ, ਉੱਥੇ ਪੈਸੇ ਖਰਚਣੇ ਆ। ਨਾਲ ਪ੍ਰਧਾਨ ਮੰਤਰੀ ਸਾਹਿਬ ਨੇ ਗੱਲ ਕਹੀ ਆ ਕਿ ਸਰਕਾਰਾਂ ਦਾ ਕੰਮ ਬਿਜ਼ਨਸ ਕਰਨਾ ਨਹੀਂ ਹੁੰਦਾ, ਇਹ ਤਾਂ ਲੋਕ ਪੱਖੀ ਯੋਜਨਾਵਾਂ ਵਾਸਤੇ ਹੁੰਦੀਆਂ। ਇਸ ਕਰਕੇ ਅਸੀਂ ਜਾਇਦਾਦਾਂ ਜਿਨ੍ਹਾਂ ਦਾ ਫਾਇਦਾ ਕੋਈ ਨਹੀਂਗਾ, ਜਿਹੜੀਆਂ ਫਾਲਤੂ ਜਾਇਦਾਦਾਂ ਪਈਆਂ ਉਹ ਸਾਰੀਆਂ ਵੇਚ ਦੇਣੀਆਂ। ਜੀ ਕਹਿੰਦੇ ਵੀ ਨਿੱਜੀਕਰਨ ਨੂੰ ਵੀ ਵਾਵਾ ਉਹ ਤਵੱਜੋ ਦੇ ਰਹੇ ਆ ਵੀ ਸਾਰਾ ਕੁਝ ਪ੍ਰਾਈਵੇਟ ਕਰ ਦਿਆਂਗੇ, ਨਿੱਜੀ ਕਰ ਦਿਆਂਗੇ। ਪਰ ਸਮਝ ਨਹੀਂ ਆਇਆ ਜੇ ਸਾਰਾ ਕੁਝ ਨਿੱਜੀ ਹੋਈ ਕਰ ਦਿਆਂਗੇ, ਜੇ ਆਪਾਂ ਇੱਕ ਬਹੁਤ ਵੱਡੀ ਫੀਸ ਦੀ ਜਿਹੜੇ ਬਾਕੀ ਦੀਆਂ ਜਾਇਦਾਦਾਂ ਨੇ ਜਾਂ ਬਾਕੀ ਦੇ ਕੰਮ ਨੇ ਉਹ ਸਾਰਾ ਕੁਝ ਨਿੱਜੀ ਹੱਥਾਂ ਦੇ ਵਿੱਚ ਸੌਂਪ ਦਿਆਂਗੇ, ਤਾਂ ਫਿਰ ਸਰਕਾਰ ਤੋਂ ਕਰਾਉਣਾ ਕੀ ਹੈ? ਤੇ ਸਰਕਾਰਾਂ ਤਾਂ ਆਪ ਠੇਕੇ ਤੇ ਆ। ਹਾਂਜੀ। ਜਿਨ੍ਹਾਂ ਨੇ ਚੁਣੀਆਂ ਉਹਨਾਂ ਨੇ ਜਾਇਦਾਦਾਂ ਲੈਣੀਆਂ। ਅਸਲ ਦੇ ਵਿੱਚ ਦੋਸ਼ ਵੀ ਤਾਂ ਸਮੇਂ-ਸਮੇਂ ਤੇ ਇਹੀ ਲੱਗੇ ਆ ਨਾ ਕਿ ਵੱਡੇ ਕਾਰਪੋਰੇਟ ਘਰਾਣੇ ਆ ਜਿਹੜੇ ਉਹ ਰੈਲੀਆਂ ਦੇ ਉੱਤੇ ਪੈਸਾ ਖਰਚਦੇ ਆ, ਉਹ ਅਸਲ 'ਚ ਪੂੰਜੀ ਨਿਵੇਸ਼ ਕਰਦੇ ਆ ਤੇ ਬਾਅਦ ਦੇ ਵਿੱਚੋਂ ਮੁੱਲ ਵਸੂਲਦੇ, ਜਿਹਦੇ ਕਰਕੇ ਅੱਜ ਵਾਲੇ ਪੰਗੇ ਪੈਂਦੇ ਆ। ਜੀ ਤੇ ਹੁਣ ਆਪਾਂ ਗੱਲ ਕਰਦੇ ਆ ਮਠੇਰਾ ਸਟੇਡੀਅਮ ਦੀ, ਜਿਹੜਾ ਕਿ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਕਿਹਾ ਜਾ ਰਿਹਾ ਔਰ ਇਹ ਸਟੇਡੀਅਮ ਦਾ ਨਾਮ ਵੀ ਬਦਲ ਦਿੱਤਾ। ਹੁਣ ਇਹਦਾ ਜਿਹੜਾ ਨਾਮ ਹੈ ਉਹ ਨਰਿੰਦਰ ਮੋਦੀ ਸਟੇਡੀਅਮ ਹੋ ਗਿਆ। ਦੇਖੋ ਕਮਾਲ ਦੀ ਗੱਲ ਇਹ ਆ ਵੀ ਉੱਥੇ ਅਮਿਤ ਸ਼ਾਹ ਜੀ ਆ ਜਿਹੜੇ ਉਹਨਾਂ ਨੇ ਭਾਸ਼ਣ ਦਿੱਤਾ ਜਦੋਂ ਇਸ ਸਟੇਡੀਅਮ ਦਾ ਨਾਂ ਬਦਲਿਆ ਗਿਆ ਨਾ। ਉਹ ਕਹਿੰਦੇ ਜੀ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਸੁਪਨਾ ਸੀ ਕਿ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਬਣਾਈਏ। ਅਸੀਂ ਉਸ ਸੁਪਨੇ ਨੂੰ ਪੂਰਾ ਕਰਦਿਆਂ ਹੀ ਇਹ ਫੈਸਲਾ ਕੀਤਾ ਕਿ ਨਾਂ ਜਿਹੜਾ ਬਦਲ ਕੇ ਇਹ ਰੱਖ ਦਈਏ ਪ੍ਰਧਾਨ ਮੰਤਰੀ ਦੇ ਨਾਂ ਤੇ। ਮੇਰੇ ਮਨ ਦੇ ਵਿੱਚ ਉਦੋਂ ਹੀ ਸਵਾਲ ਆਇਆ, ਮੈਨੂੰ ਉਦੋਂ ਹੀ ਖਿਆਲ ਆਇਆ ਵੀ ਸੁਪਨਾ ਤਾਂ 2014 ਦੇ ਵਿੱਚ ਇਹ ਵੀ ਸੀਗਾ ਵੀ ਸ਼ਾਇਦ ਯੂਪੀਏ ਸਰਕਾਰ ਜਾਊਗੀ, ਮਹਿੰਗਾਈ ਘਟਾਈ ਜਾਊਗੀ। ਸੁਪਨਾ ਤਾਂ ਕਿਸਾਨਾਂ ਦਾ ਇਹ ਵੀ ਸੀਗਾ, ਕਲਪਨਾ ਸੀ ਉਹਨਾਂ ਦੀ ਵੀ ਭਾਈ ਕੀ ਪਤਾ ਸਵਾਮੀਨਾਥਨ ਫਾਰਮੂਲਾ ਲਾਗੂ ਹੀ ਹੋ ਜੇ। ਸੁਪਨਾ ਤਾਂ ਅਸੀਂ ਹੁਣ ਵੀ ਇਹ ਲੈਨੇ ਆ ਵੀ ਭਾਈ ਕੀ ਪਤਾ ਖੇਤੀ ਕਾਨੂੰਨ ਰੱਦ ਹੀ ਹੋ ਜਾਣ। ਸੁਪਨਾ ਤਾਂ ਇਹ ਵੀ ਆ ਵੀ ਸ਼ਾਇਦ ਸਾਡੀਆਂ ਸਾਰੀਆਂ ਜਾਇਦਾਦਾਂ ਬਚੀਆਂ ਰਹਿਣ। ਸੁਪਨਾ ਤਾਂ ਇਹ ਵੀ ਆ ਵੀ ਸ਼ਾਇਦ ਜਿਹੜੇ ਇਸ ਵਕਤ ਕੁੱਲੀ ਗੁੱਲੀ ਜੁੱਲੀ ਦੀ ਸਮੱਸਿਆ ਪੈਦਾ ਹੋ ਰਹੀ ਆ ਉਹਨੂੰ ਠੱਲ ਪਾਈ ਜਾਵੇ, ਸਮੱਸਿਆ ਇਹ ਖਤਮ ਕਰਕੇ ਤੇ ਸਭ ਨੂੰ ਸਾਰੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾਣ। ਹੋਰ ਕਿਸੇ ਦਾ ਸੁਪਨਾ ਪੂਰਾ ਕਰੀਏ ਨਾ ਕਰੀਏ, ਪਰ ਆਪਾਂ ਉਹਨਾਂ ਦਾ ਕਰਤਾ। ਜੀ ਪਰ ਨਾਲ ਦੀ ਨਾਲ ਗੱਲ ਇਹ ਵੀ ਹੈ ਟਾਣਾ ਸਾਹਿਬ ਵੀ ਉਹ ਕਹਿੰਦੇ ਕਿ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਬਣਾਈਏ ਦਾ ਸੁਪਨਾ ਸੀ ਤੇ ਸ਼ੁਕਰ ਕਰੋ ਵੀ ਸਭ ਤੋਂ ਵੱਡਾ ਸਟੇਡੀਅਮ ਜਿਹੜਾ ਉਹ ਭਾਰਤ ਦੇ ਵਿੱਚ ਹੀ ਹੈ। ਜੇ ਕਿਤੇ ਹੋਰ ਹੁੰਦਾ ਤੇ ਇਹਨਾਂ ਨੇ ਉੱਥੇ ਵੀ ਜਾ ਕੇ ਨਾਂ ਬਦਲ ਲਿਆਉਣਾ ਸੀ। ਤੁਹਾਨੂੰ ਯਾਦ ਆ ਵੀ ਇੱਕ ਸਟੇਡੀਅਮ ਦੇ ਵਿੱਚ ਪਿਛਲੇ ਦਿਨੀ ਇੱਕ ਰੌਲਾ ਪਿਆ ਸੀਗਾ ਕੁਝ ਕੁ ਹਫ਼ਤੇ ਪਹਿਲਾਂ। ਉੱਥੇ ਜਿਹੜੇ ਭਾਰਤ ਦੇ ਬਜ਼ੁਰਗ ਕ੍ਰਿਕਟਰ ਹੈਗੇ ਆ ਬਿਸ਼ਨ ਸਿੰਘ ਬੇਦੀ, ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀਗਾ ਵੀ ਇੱਥੇ ਅਰੁਣ ਜੇਟਲੀ ਦੀ ਫੋਟੋ ਕਿਹੜੀ ਗੱਲੋਂ ਲਾਈ ਗਈ, ਅਰੁਣ ਜੇਟਲੀ ਦਾ ਬੁੱਤ ਕਿਹੜੀ ਗੱਲੋਂ ਇਸ ਸਟੇਡੀਅਮ 'ਚ ਲਾਇਆ ਗਿਆ, ਕਿਸੇ ਖਿਡਾਰੀ ਦਾ ਲਾ ਲਓ। ਤੇ ਮੇਰਾ ਇੱਕ ਸਟੈਂਡ ਦੇ ਉੱਤੇ ਨਾਂ, ਇੱਕ ਸਟੈਂਡ ਮੇਰੇ ਨਾਂ ਦੇ ਉੱਤੇ ਆ, ਮੇਰਾ ਨਾਂ ਉੱਥੋਂ ਹਟਾਓ। ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕ੍ਰਿਕਟ ਐਸੋਸੀਏਸ਼ਨ ਨੂੰ ਵੀ ਜੇਕਰ ਤੁਸੀਂ ਨਾਂ ਹਟਾਇਆ ਮੇਰਾ ਨਾਂ ਨਾ ਤੇ ਫਿਰ ਮੈਂ ਕਾਨੂੰਨੀ ਕਾਰਵਾਈ ਕਰੂੰਗਾ। ਮੈਂ ਆਪਦੇ ਸਵੈਮਾਨ ਦੇ ਉੱਤੇ ਸੱਟ ਮਹਿਸੂਸ ਕਰਦਾ, ਪਰ ਬਾਅਦ ਦੇ ਵਿੱਚ ਉਹਨੂੰ ਪਤਿਆ ਲਿਆ ਗਿਆ ਸੀਗਾ ਤੇ ਬੁੱਤ ਉੱਥੇ ਦਾ ਉੱਥੇ ਲੱਗਾ ਰਹੇਗਾ। ਹੁਣ ਪੂਰਾ ਸਟੇਡੀਅਮ ਹੀ ਕਰਤਾ ਨਾਂ ਦੇ ਉੱਤੇ। ਸੋ ਹੈਰਾਨੀ ਹੁੰਦੀ ਹੈ ਇਸ ਗੱਲ ਦੇ ਉੱਤੇ ਵੀ ਜੇ ਕਿਸੇ ਖਿਡਾਰੀ ਦੇ ਨਾਂ ਦੇ ਉੱਤੇ ਸਟੇਡੀਅਮ ਹੋਵੇ
ਕੋਈ ਬਹੁਤ ਮੰਨਿਆ ਪ੍ਰਮੰਨਿਆ ਖਿਡਾਰੀ ਹੋਵੇ ਤਾਂ ਜਿਹੜੇ ਨਵੇਂ ਪੂਰ ਦੇ ਖਿਡਾਰੀ ਆ ਉਹਨੂੰ ਦੇਖ ਕੇ ਉਤਸ਼ਾਹਿਤ ਹੋਣ। ਦੁਨੀਆ ਭਰ ਦੇ ਵਿੱਚ ਇਦਾਂ ਹੁੰਦਾ ਨਹੀਂ। ਇਸ ਸਟੇਡੀਅਮ ਦਾ ਨਾਂ ਰੱਖ ਦਿੱਤਾ ਗਿਆ ਮੋਦੀ ਦੇ ਨਾਂ ਦੇ ਉੱਤੇ ਤੇ ਇੱਕ ਹਿੱਸਾ ਜਿਹੜਾ ਇਹਦਾ ਅੰਬਾਨੀ ਦੇ ਨਾਂ ਦੇ ਉੱਤੇ, ਇੱਕ ਅਡਾਨੀ ਦੇ ਨਾਂ ਦੇ ਉੱਤੇ ਤੇ ਰੌਲਾ ਫੇਰ ਉੱਥੇ ਦਾ ਉੱਥੇ ਆ ਗਿਆ। ਬਿਲਕੁਲ ਸਹੀ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਬਾਕੀ ਦੀ ਜਗ੍ਹਾ ਹੈ ਉਹ ਵੱਲਭ ਭਾਈ ਪਟੇਲ ਹੋਰਾਂ ਦੇ ਨਾਂ ਦੇ ਉੱਪਰ ਹੀ ਹੈ। ਮਤਲਬ ਬਾਕੀ ਜਿੰਨਾ ਵੀ ਉੱਥੇ ਕਹਿ ਲਓ ਵੀ ਕੰਟਰੋਲ ਹੈ ਜਾਂ ਜੋ ਵੀ ਜਿੰਨੀਆਂ ਬਿਲਡਿੰਗਸ ਨੇ ਉਹ ਵੱਲਭ ਭਾਈ ਪਟੇਲ ਹੋਰਾਂ ਦੇ ਨਾਂ ਨਾਲ ਹੀ ਜਾਣੀਆਂ ਜਾਂਦੀਆਂ ਨੇ। ਪਰ ਇਹ ਨਹੀਂ ਸਮਝ ਆਇਆ ਕਿ ਉਹਨਾਂ ਦਾ ਨਾਂ ਜਿਹੜਾ ਹੈ ਮਤਲਬ ਉਹ ਇੱਕ ਪਾਸੇ ਕਰਕੇ ਸਟੇਡੀਅਮ ਦਾ ਨਾਂ ਆਪਣੇ ਨਾਂ ਤੇ ਰੱਖ ਲੈਣਾ ਇਹ ਕਿੰਨਾ ਕੁ ਸਹੀ ਹੈ। ਮੈਂ ਤਾਂ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਕੱਲ ਤੱਕ ਇਹ ਗੱਲ ਕਹਿੰਦੇ ਸੀਗੇ ਭਾਜਪਾ ਦੇ ਕਈ ਨੇਤਾ ਵੀ ਅਸੀਂ ਨਾ ਅਕਬਰ ਰੋਡ ਦਾ ਨਾਂ ਤਾਂ ਕਰਕੇ ਬਦਲਤਾ, ਜਹਾਂਗੀਰ ਰੋਡ ਦਾ ਨਾਂ ਬਦਲ ਕੇ ਫਲਾਣਾ ਨਾਂ ਤਾਂ ਰੱਖਤਾ ਕਿਉਂਕਿ ਅਤੀਤ ਦੇ ਵਿੱਚ ਬਹੁਤ ਸਾਰੇ ਅਤਿਆਚਾਰ ਕੀਤੇ ਇਹਨਾਂ ਨੇ ਤੇ ਅਸੀਂ ਇਹਨਾਂ ਅਤਿਆਚਾਰੀ ਸ਼ਾਸਕਾਂ ਦੇ ਨਾਂ ਕਿਉਂ ਰੱਖਣੇ ਆ, ਅਸੀਂ ਨਵੇਂ ਨਾਂ ਤਾਂ ਰੱਖ ਰਹੇ ਆ। ਬਈ ਹੁਣ ਤਾਂ ਵੱਲਭ ਭਾਈ ਪਟੇਲ ਨਾਂ ਤੇ ਹੁਣ ਕਿਹੜੀ ਗੱਲੋਂ ਨਾ ਬਦਲਤਾ ਜੀ? ਹੁਣ ਤਾਂ ਤੁਸੀਂ ਮੰਨੋ ਵੀ ਭਾਈ ਉਹ ਗੱਲਾਂ ਗਲਤ ਆ ਜਾਂ ਹੁਣ ਵਾਲੀ ਗੱਲ ਗਲਤ ਆ। ਸੋ ਇਸ ਕਰਕੇ ਮੈਨੂੰ ਹੈਰਾਨੀ ਹੁੰਦੀ ਆ ਵੀ ਭਾਰਤ ਦੇ ਵਿੱਚ ਚੱਲ ਕੀ ਰਿਹਾ। ਪਰ ਕੋਈ ਨਾ, ਆਪਦਾ ਨਾਂ ਸੰਭਾਲ ਕੇ ਰੱਖੋ, ਆਪਦੀਆਂ ਜਾਇਦਾਦਾਂ ਸੰਭਾਲ ਕੇ ਰੱਖੋ। ਕੋਈ ਪਤਾ ਨਹੀਂ ਕਿਹੜੀ ਚੀਜ਼ ਦਾ ਨਾਂ ਬਦਲ ਦੇਣ। ਜੇ ਅੱਜ ਡਾਕ ਘਰਾਂ ਦੇ ਨਾਂ ਬਦਲੇ ਜਾ ਸਕਦੇ ਆ, ਜੇ ਅੱਜ ਏਅਰਪੋਰਟਾਂ ਦੇ ਨਾਂ ਬਦਲਣ ਦੀ ਗੱਲ ਆ ਸਕਦੀ ਆ, ਰੇਲਵੇ ਸਟੇਸ਼ਨਾਂ ਦੇ ਨਾਂ ਬਦਲ ਦਿੰਦੇ ਆ, ਕਸਬਿਆਂ ਦੇ ਸ਼ਹਿਰਾਂ ਦੇ ਨਾਂ ਬਦਲ ਦਿੰਦੇ ਆ, ਗਲੀਆਂ ਸੜਕਾਂ ਦੇ ਨਾਂ ਬਦਲ ਦਿੰਦੇ ਆ, ਤਾਂ ਕੁਝ ਵੀ ਸੰਭਵ ਹੈਗਾ। ਜੱਜ ਦਾ ਵਿਚਾਰ। ਰਾਣਾ ਸਾਹਿਬ ਇੱਕ ਦੁਚਿੱਤੀ ਜੀ ਪੈਦਾ ਹੋ ਗਈ ਹੈ, ਮੈਂ ਚਾਹੁੰਦੀ ਆਪਾਂ ਉਹਦੇ ਬਾਰੇ ਵੀ ਜ਼ਰੂਰ ਗੱਲ ਕਰ ਲਈਏ। ਰਾਕੇਸ਼ ਟਕੈਤ ਹੋਰਾਂ ਨੇ ਜਿਹੜੀ ਗੱਲ ਕਹੀ ਸੀ ਕਿ ਅਸੀਂ 40 ਲੱਖ ਟਰੈਕਟਰਾਂ ਦੇ ਨਾਲ ਸੰਸਦ ਨੂੰ ਘੇਰਾ ਪਾਵਾਂਗੇ, ਉਹਦੇ ਉੱਪਰ ਹੁਣ ਕੁਝ ਇੱਕ ਸੰਯੁਕਤ ਕਿਸਾਨ ਮੋਰਚਾ ਦੇ ਜਿਹੜੇ ਆਗੂ ਨੇ ਉਹਨਾਂ ਦਾ ਬਿਆਨ ਸਾਹਮਣੇ ਆਇਆ ਜਿਹਦੇ 'ਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦੇਖੋ ਜੀ ਇਹ ਜਿਹੜਾ ਵੀ ਬਿਆਨ ਦਿੱਤਾ ਹੈ ਟਕੈਤ ਹੋਰਾਂ ਨੇ ਇਹ ਉਹਨਾਂ ਦੇ ਆਪਣੇ ਨਿੱਜੀ ਵਿਚਾਰ ਹੋ ਸਕਦੇ ਨੇ। ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਹਾਲੇ ਇਦਾਂ ਦਾ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਤੇ ਹਾਲੇ ਅਸੀਂ ਇਸ ਬਾਰੇ 'ਚ ਕੋਈ ਵੀ ਟਿੱਪਣੀ ਨਹੀਂ ਕਰਾਂਗੇ। ਦੇਖੋ ਟਕੈਤ ਹੋਰਾਂ ਨੇ ਇਹ ਗੱਲ ਕਹੀ ਸੀ ਸੀਕਰ ਖੇਤਰ ਦੇ ਵਿੱਚ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਜੀ। ਉਹ ਕਹਿੰਦੇ ਵੀ ਕੇਂਦਰ ਦੀ ਸਰਕਾਰ ਕੇ ਨਹੀਂ ਰਾਜੀ, 40 ਲੱਖ ਟਰੈਕਟਰ ਲੈ ਕੇ ਦਿੱਲੀ ਦੇ ਵੱਲ ਕੂਚ ਕਰਾਂਗੇ, ਤੇਲ ਪਾਣੀ ਆਪਣਾ ਫੁੱਲ ਰੱਖੋ ਤੇ ਕਿਸੇ ਵੀ ਵੇਲੇ ਆਉਣਾ ਪੈ ਸਕਦਾ, ਦਿੱਲੀ ਚੱਲੋ ਦਾ ਸੱਦਾ ਕਿਸੇ ਵੀ ਵੇਲੇ ਮਿਲ ਸਕਦਾ ਤੇ ਜਿਹੜੀਆਂ ਪਾਰਕਾਂ ਹੈਗੀਆਂ ਪਾਰਲੀਮੈਂਟ ਦੇ ਕੋਲੇ ਵਾਹ ਕੇ ਉੱਥੇ ਆਪਾਂ ਫਸਲਾਂ ਬੀਜਾਂਗੇ। ਹੁਣ ਇਸ ਗੱਲ ਦੇ ਉੱਤੇ ਕਈ ਤਰ੍ਹਾਂ ਦੀ ਚਰਚਾ ਛਿੜ ਪਈ ਹੈ। ਕਈ ਕੇਂਦਰੀ ਮੰਤਰੀ ਇਹ ਗੱਲ ਕਹਿੰਦੇ ਵੀ ਨਹੀਂ ਇਹ ਤਰੀਕਾ ਗਲਤ ਆ, ਇਹਦਾ ਦੇ ਬਿਆਨ ਨਹੀਂ ਲੈਣੇ ਚਾਹੀਦੇ। ਆਹ ਰਵਨੀਤ ਬਿੱਟੂ ਦਾ ਵੀ ਇੱਕ ਬਿਆਨ ਆਇਆ, ਉਹਨਾਂ ਨੇ ਇਹ ਗੱਲ ਕਹੀ ਆ ਵੀ ਟਕੈਤ ਦੇ ਮਗਰ ਲੱਗ ਕੇ ਨੁਕਸਾਨ ਕਰਨ ਦੀ ਲੋੜ ਨਹੀਂ। ਤੁਸੀਂ ਪੰਜਾਬ ਦੇ ਕਿਸਾਨ ਆਗੂ ਤੇ ਹਰਿਆਣੇ ਦੇ ਕਿਸਾਨ ਆਗੂਆਂ ਦੀ ਗੱਲ ਮੰਨੋ, ਬਹੁਤ ਸਾਰੇ ਲੋਕ ਇਹੋ ਜਿਹੇ ਜਿਹੜੇ ਕਿ ਤੁਹਾਨੂੰ ਮੂਹਰੇ ਕਰਕੇ ਨੁਕਸਾਨ ਕਰਕੇ ਤੇ ਆਪ ਪਿੱਛੇ ਹਟ ਜਾਣਗੇ। ਇਸ ਕਰਕੇ ਇਹਨਾਂ ਦੀਆਂ ਭੜਕਾਊ ਗੱਲਾਂ ਦੇ ਵਿੱਚ ਨਾ ਬਹੁਤਾ ਆਇਓ। ਦੂਜੇ ਪਾਸੇ ਇਹ ਆ ਵੀ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ, ਕਈ ਆਗੂਆਂ ਨੇ, ਵੀ ਇਹ ਸਾਡਾ ਪ੍ਰੋਗਰਾਮ ਨਹੀਂ ਆ, ਇਹ ਟਕੈਤ ਦੇ ਨਿੱਜੀ ਵਿਚਾਰ ਹੋ ਸਕਦੇ ਪਰ ਅਸੀਂ ਇਸ ਗੱਲ ਦੇ ਨਾਲ ਪੂਰਾ ਸਹਿਮਤ ਨਹੀਂ ਹਾਂ। ਜੀ ਬਿਲਕੁਲ। ਪਰ ਸਰ ਜਿੱਥੋਂ ਤੱਕ ਮੈਂ ਇਸ ਗੱਲ ਨੂੰ ਸੁਣਿਆ ਹੈ ਉਹਨਾਂ ਨੇ ਵੀ ਇਸ ਪ੍ਰੋਗਰਾਮ ਨੂੰ ਕੋਈ ਪੱਕੇ ਤੌਰ ਦੇ ਉੱਪਰ ਨਹੀਂ ਐਲਾਨਿਆ। ਐਲਾਨ ਕੀਤਾ ਜਾ ਸਕਦਾ ਹੈ, ਉਹਨਾਂ ਨੇ ਇਹ ਕਿਹਾ। ਉਹਨਾਂ ਨੇ ਇਹ ਕਿਹਾ ਕਿ ਜੇਕਰ ਸਰਕਾਰਾਂ ਨੂੰ ਇਹ ਲੱਗਦਾ ਹੈ ਕਿ ਹੁਣ ਕੁਝ ਨਹੀਂ ਹੋਣਾ ਤੇ ਫਿਰ ਉਹ ਇਹ ਸੋਚ ਲੈਣ ਕਿ ਪਹਿਲਾਂ ਜੇ 4 ਲੱਖ ਟਰੈਕਟਰਾਂ ਦੀ ਗੱਲ ਹੋਈ ਸੀ ਤਾਂ ਹੁਣ ਅਸੀਂ 40 ਲੱਖ ਟਰੈਕਟਰ ਲੈ ਕੇ ਵੀ ਦਿੱਲੀ ਦੇ ਵਿੱਚ ਵੜ ਸਕਦੇ ਹਾਂ ਤੇ ਉੱਥੇ ਜਾ ਕੇ ਸੰਸਦ ਦਾ ਘਿਰਾਓ ਕਰ ਸਕਦੇ ਹਾਂ, ਹਨਾ। ਤੇ ਇਹਨੂੰ ਪੱਕੇ ਤੌਰ ਦੇ ਉੱਪਰ ਕੋਈ ਚੀਜ਼ ਲੈ ਲੈਣਾ ਜਾਂ ਪੱਕਾ ਪ੍ਰੋਗਰਾਮ ਸਮਝ ਲੈਣਾ ਮੈਨੂੰ ਲੱਗਦਾ ਇਹ ਵੀ ਗਲਤੀ ਹੋਏਗੀ। ਦੇਖੋ ਗੱਲ ਇਹ ਹੈ ਵੀ ਕੋਈ ਵੀ ਗੱਲ ਮੂੰਹ ਦੇ ਵਿੱਚੋਂ ਕੱਢਣ ਤੋਂ ਪਹਿਲਾਂ ਤੋਲ ਲੈਣਾ ਚਾਹੀਦਾ ਉਹਨੂੰ। ਅਸੀਂ ਕੀ ਕਹਿ ਰਹੇ ਹਾਂ, ਉਹਦਾ ਪ੍ਰਭਾਵ ਕੀ ਹੋਊਗਾ, ਮੀਡੀਆ ਉਹਦੇ ਕੀ ਅਰਥ ਕੱਢੂਗਾ। ਨਿੱਕੀ ਨਿੱਕੀ ਗੱਲ ਦੀ ਤਾਂ ਵਾਲ ਦੀ ਖੱਲ ਲਾਉਣ ਦੀ ਕੋਸ਼ਿਸ਼ ਕਰਦਾ ਗੋਦੀ ਮੀਡੀਆ ਇਸ ਵੇਲੇ। ਤੁਹਾਡੀ ਕਹੀ ਹੋਈ ਕੱਲੀ ਗੱਲ ਦੇ 3600 ਕਿਸਮ ਦੇ ਉਹਨਾਂ ਨੇ ਅਰਥ ਕੱਢਣੇ ਆ, ਉਹਨਾਂ ਨੇ ਆਪਣੇ ਤਰੀਕੇ ਨਾਲ ਬਣਾ ਕੇ ਪੇਸ਼ ਕਰ ਦੇਣਾ। ਜਿਹੜੀ ਤੁਹਾਡੀ ਸਹੀ ਗੱਲ ਹੋਵੇ ਉਹਨੂੰ ਵੀ ਉਹ ਗਲਤ ਪੇਸ਼ ਕਰਦੇ ਆ ਤੇ ਜਿਹੜੀ ਗੱਲ ਕੋਈ ਤੱਤੀ ਹੋਈ ਭਾਰੀ ਹੋਈ ਤੇ ਉਹਦੇ ਬਾਬਤ ਤਾਂ ਪਤਾ ਨਹੀਂ ਉਹ ਕੀ ਕਰਨਗੇ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਸੰਯੁਕਤ ਕਿਸਾਨ ਮੋਰਚਾ ਜਦੋਂ ਇਕਜੁੱਟ ਆ ਤਾਂ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਉੱਥੇ ਰਾਏ ਹੋਣੀ ਚਾਹੀਦੀ ਆ ਵੀ ਆਪਾਂ ਕਿਹੜੇ ਪਾਸੇ ਨੂੰ ਜਾਣਾ। ਜੇ ਅਸੀਂ ਅੱਡੋ ਅੱਡ ਬਿਆਨ ਦਿੰਦੇ ਰਹੇ, ਇਧਰਲੇ ਪਾਸੇ ਇਹ ਚੱਲ ਪਿਆ ਵੀ ਕੋਈ ਨਹੀਂ ਜਾਣਾਗਾ, ਇਹ ਟਕੈਤ ਹੋਰੀ ਗਲਤ ਆ, ਟਕੈਤ ਹੋਰਾਂ ਨੇ ਕਹਿੰਦਾ ਮੈਂ ਜੋ ਕਿਹਾ ਆਪਾਂ ਉਹ ਕਰਾਂਗੇ, ਫਿਰ ਇਦਾਂ ਦੁਫੇੜ ਹੋ ਜਾਣਾ। ਆਪਾਂ ਇਹਨਾਂ ਗੱਲਾਂ ਤੋਂ ਬਚਣਾ ਜੀ। ਔਰ ਦੂਸਰੇ ਬੰਨੇ ਜਿਹੜੀ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਸਿੰਘੂ ਬਾਰਡਰ ਤੇ ਫਿਰ ਤੋਂ ਇਕੱਠ ਜਿਹੜਾ ਉਹ ਵਧਣਾ ਸ਼ੁਰੂ ਹੋ ਗਿਆ। ਬਿਲਕੁਲ ਜੀ, ਇਹ ਬੜੀ ਵੱਖਰੀ ਤੇ ਵੱਡੀ ਤੇ ਵਧੀਆ ਗੱਲ ਹੈ ਵੀ ਵੱਖ-ਵੱਖ ਬਾਰਡਰਾਂ ਦੇ ਉੱਤੇ ਇਕੱਠ ਵਧਣ ਲੱਗ ਪਿਆ। ਮਹਾਪੰਚਾਇਤਾਂ ਦੇ ਮੁੱਦੇ ਦੇ ਉੱਤੇ ਵੀ ਕਿਸਾਨ ਆਗੂਆਂ ਦੇ ਹੁਣ ਵਿਚਾਰ ਸਾਹਮਣੇ ਆਏ ਆ। ਉਹਨਾਂ ਨੇ ਕਿਹਾ ਵੀ ਮਹਾਪੰਚਾਇਤਾਂ ਦੀ ਬਾਹਲੀ ਲੋੜ ਨਹੀਂਗੀ, ਆਪਾਂ ਸ਼ਕਤੀ ਪ੍ਰਦਰਸ਼ਨ ਉੱਥੋਂ ਬੰਦੇ ਲਿਆ ਕੇ ਤੇ ਵੱਖ-ਵੱਖ ਸੂਬਿਆਂ 'ਚ ਥੋੜੀ ਕਰਨਾ, ਅਸੀਂ ਤਾਂ ਉਹਨਾਂ ਬਾਰਡਰਾਂ ਦੇ ਉੱਤੇ ਲੋਕ ਲੈ ਕੇ ਜਾਣੇ ਆ। ਇਸ ਕਰਕੇ ਲੋਕਾਂ ਨੂੰ ਵੱਧ ਤੋਂ ਵੱਧ ਨਿੱਠ ਕੇ ਉੱਥੇ ਆਉਣਾ ਚਾਹੀਦਾ ਤੇ ਹੁਣ ਆਪਣਾ ਗਰਮੀਆਂ ਦੇ ਮੱਦੇਨਜ਼ਰ ਹੀ ਸਾਰਾ ਸਮਾਨ ਲੈ ਕੇ ਆਉਣਾ ਚਾਹੀਦਾ, ਲੀੜਾ ਲੱਤਾ ਆਪਦਾ ਉਸ ਤਰੀਕੇ ਦਾ ਹੋਵੇ। ਸੋ ਅਗਲੀ ਗੱਲ ਇਹ ਹੈਗੀ ਆ ਵੀ ਸਿੰਘੂ ਬਾਰਡਰ ਦੇ ਉੱਤੇ ਅਚਾਨਕ ਇਕੱਠ ਵਧਿਆ, ਟਿਕਰੀ ਬਾਰਡਰ ਦੇ ਉੱਤੇ ਅਚਾਨਕ ਇਕੱਠ ਵਧ ਗਿਆ। ਜਿਵੇਂ ਜਿਵੇਂ ਕੇਂਦਰ ਦੀ ਸਰਕਾਰ ਸਤਾ ਰਹੀ ਆ ਉਵੇਂ ਇਕੱਠ ਦੇ ਵਿੱਚ ਵਾਧਾ ਹੋ ਰਿਹਾ। ਕਿਸਾਨ ਆਗੂਆਂ ਨੇ ਕਿਹਾ ਵੀ ਸਾਨੂੰ ਇਸ ਗੱਲ ਦਾ ਮਾਣ ਆ ਵੀ 3 ਮਹੀਨੇ ਪੂਰੇ ਹੋ ਚੱਲੇ ਆ ਤੇ ਲੋਕ ਲਗਾਤਾਰ ਇੱਥੇ ਪਹੁੰਚ ਰਹੇ ਜੀ। ਜੱਜ ਦਾ ਵਿਚਾਰ।
ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ। ਬਿਲਕੁਲ ਜੀ, ਡਾਕਟਰ ਬਣਨ ਦੀ ਇੱਛਾ ਹੁੰਦੀ ਹੈ। ਨਿੱਕੇ ਹੁੰਦੇ ਅਸੀਂ ਵੀ ਡਾਕਟਰ ਖੇਡਦੇ ਰਹੇ ਹਾਂ ਜੀ। ਕਦੇ ਕਦੇ ਗਲ ਦੇ ਵਿੱਚ ਕੋਈ ਐਵੇਂ ਤਾਰ ਜੀ ਪਾ ਕੇ ਦੂਜੇ ਦੇ ਚੈੱਕ ਕਰੀ ਜਾਣਾ, ਲੰਮਾ ਸਾਹ ਲੈ ਐ ਕਰਕੇ, ਹਨਾ। ਤੇ ਉਦੋਂ ਐ ਜੇ ਮਹਿਸੂਸ ਕਰਨਾ ਵੀ ਆਪਾਂ ਡਾਕਟਰ ਹੀ ਆ। ਪਰ ਜਿਵੇਂ ਜਿਵੇਂ ਉਮਰ ਦੀਆਂ ਪੌੜੀਆਂ ਚੜ੍ਹੇ ਤੇ ਉਵੇਂ ਉਵੇਂ ਪਤਾ ਲੱਗਾ ਵੀ ਭਾਈ ਡਾਕਟਰ ਬਣਨ ਦੇ ਲਈ ਮਿਹਨਤ ਬੜੀ ਕਰਨੀ ਪੈਂਦੀ ਆ। ਡਾਕਟਰ ਬਣਨ ਦੇ ਲਈ MBBS ਕਰੋਗੇ, ਇੱਕ BDS ਹੁੰਦਾ, BDS ਦੰਦਾਂ ਦੇ ਲਈ, ਹਾਂ ਵੀ ਇਹ ਵੀ ਡਾਕਟਰ ਬਣੋਗੇ ਵੀ ਕਈ ਤਰ੍ਹਾਂ ਦੀਆਂ ਪੜ੍ਹਾਈਆਂ ਕਰਨੀਆਂ ਪੈਂਦੀਆਂ, ਪੈਸਾ ਚੋਖਾ ਲੱਗ ਜਾਂਦਾ। ਬਿਲਕੁਲ, ਗਰੀਬ ਬੰਦੇ ਦੇ ਤਾਂ ਵਸ ਦੀ ਗੱਲ ਹੀ ਨਹੀਂ ਗੀ। ਪੈਸਾ ਵੀ ਤੇ ਦਿਮਾਗ ਵੀ ਚੋਖਾ ਲੱਗ ਜਾਂਦਾ ਹੈ। ਇਹ ਇੰਨੀਆਂ ਮੋਟੀਆਂ ਕਿਤਾਬਾਂ ਪੜ੍ਹਨੀਆਂ ਸੌਖੀਆਂ ਨਹੀਂ ਤੇ ਮੋਟੇ ਸ਼ੀਸ਼ਿਆਂ ਵਾਲੀਆਂ ਐਨਕਾਂ ਲੱਗ ਜਾਂਦੀਆਂ। ਜੀ ਬਿਲਕੁਲ, ਪਰ ਕਈ ਲੋਕ ਜਿਹੜੇ ਹੁੰਦੇ ਨੇ ਨਾ, ਉਹ ਜਿਵੇਂ ਆਪਾਂ ਫਿਲਮਾਂ 'ਚ ਵੇਖਦੇ ਆ ਕਿ ਕਦੇ ਕਿਸੇ ਨੂੰ ਕੋਈ ਕਿਰਦਾਰ ਮਿਲਦਾ ਹੈ, ਕਦੇ ਕਿਸੇ ਨੂੰ ਕੋਈ ਕਿਰਦਾਰ ਮਿਲਦਾ ਹੈ। ਕੋਈ ਕਿਸੇ ਫਿਲਮ 'ਚ ਪੁਲਿਸ ਵਾਲਾ ਬਣਿਆ ਹੁੰਦਾ, ਕੋਈ ਕਿਸੇ ਫਿਲਮ 'ਚ ਡਾਕਟਰ ਬਣਿਆ ਹੁੰਦਾ, ਕੋਈ ਕਿਸੇ ਫਿਲਮ 'ਚ ਚੋਰ ਬਣਿਆ ਹੁੰਦਾ ਹੈ। ਇਹਦਾ ਕਈਆਂ ਲੋਕਾਂ ਨੂੰ ਕਿਰਦਾਰ ਨਿਭਾਉਣ ਦੀ ਆਦਤ ਹੁੰਦੀ ਹੈ। ਤੇ ਇੱਕ ਏਦਾਂ ਦੇ ਸ਼ਖਸ ਜਿਨ੍ਹਾਂ ਨੂੰ ਆਪਾਂ ਚੰਗੀ ਤਰ੍ਹਾਂ ਜਾਣਦੇ ਆ, ਜਿਹੜੇ ਪਹਿਲਾਂ ਢਿੱਡ ਘੁਮਾਉਂਦੇ ਹੁੰਦੇ ਸੀ, ਫਿਰ ਉਹਨਾਂ ਨੇ ਕਿਹਾ ਵੀ ਯੋਗਾ ਕਰਨੇ ਸੀ, ਯੋਗਾ ਏਦਾਂ ਕਹਿੰਦੇ ਹੁੰਦੇ ਸੀ। ਫਿਰ ਉਹਨਾਂ ਨੇ ਕਿਹਾ ਸੀ ਪਤੰਜਲੀ ਦੀਆਂ ਜਿਹੜੀਆਂ ਆ ਸੁਰਖੀਆਂ ਬਿੰਦੀਆਂ ਇਹ ਉਹ ਸਭ ਕੁਝ ਬਣਾਵਾਂਗੇ। ਫਿਰ ਚੱਪਲਾਂ, ਜੀਨਾਂ, ਸਿਮ, ਪਤਾ ਨਹੀਂ ਕੀ ਕੁਛ ਉਹਨਾਂ ਨੇ ਕਿਹਾ। ਤੇ ਹੁਣ ਦਵਾਈ ਬਣਾ ਲਈ ਕਰੋਨਾ ਦੀ। ਪਹਿਲਾਂ ਵੀ ਬਣਾਈ ਸੀ, ਰੌਲਾ ਉਦੋਂ ਵੀ ਪਿਆ ਸੀ, ਉਦੋਂ ਮੁੱਕ ਕਰ ਗਏ ਸੀ। ਉਦੋਂ ਕਹਿੰਦੇ ਸੀ ਨਹੀਂ ਇਹ ਤਾਂ ਇਮਿਊਨਿਟੀ ਬੂਸਟਰ ਆ, ਇਹਦੇ ਨਾਲ ਤਾਂ ਤੁਸੀਂ ਤੰਦਰੁਸਤ ਹੋਵੋਗੇ, ਤੁਹਾਡੀ ਜਿਹੜੀ ਰੋਗ ਪ੍ਰਤੀਰੋਧਕ ਸ਼ਮਤਾ ਉਹਦੇ 'ਚ ਵਾਧਾ ਹੋਊਗਾ। ਪਰ ਉਦੋਂ ਰੌਲਾ ਪਿਆ, ਗੱਲ ਠੰਡੀ ਹੋ ਗਈ। ਹੁਣ ਤਾਂ ਕੇਂਦਰੀ ਸਿਹਤ ਮੰਤਰੀ ਦੀ ਹਾਜ਼ਰੀ ਦੇ ਵਿੱਚ ਫਿਰ ਤੋਂ ਕੋਰੋਨਾ ਲਾਈ ਬਾਜ਼ਾਰ 'ਚ। ਦੇਖੋ ਜੀ, ਜਦੋਂ ਹੁਣ ਇਸ ਦਵਾਈ ਦੇ ਉੱਤੇ ਰੌਲਾ ਪੈ ਗਿਆ ਤਾਂ ਸਵਾਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਹ ਖੜਾ ਕੀਤਾ ਵੀ ਜਿਹੜੀ ਸਰਕਾਰ ਨੇ 35,000 ਕਰੋੜ ਰੁਪਈਆ ਲਾ ਕੇ ਵੈਕਸੀਨ ਕੱਢੀ ਆ, ਇਹ ਕੱਢਣ ਦੀ ਲੋੜ ਕੀ ਸੀ ਜੇਕਰ ਆਪਾਂ ਜੜੀ ਬੂਟੀਆਂ ਰਗੜ ਕੇ ਲੋਕਾਂ ਨੂੰ ਬਚਾ ਸਕਦੇ ਆ, ਜੇਕਰ ਕਰੋਨਾ ਖਤਮ ਕਰ ਸਕਦੇ, ਫਿਰ ਆਪਾਂ ਇੰਨਾ ਖਰਚਾ ਪੱਠਾ ਕਿਹੜੀ ਗੱਲੋਂ ਕੀਤਾ, ਇੰਨੀਆਂ ਖੋਜਾਂ ਕਿਹੜੀ ਗੱਲੋਂ ਕੀਤੀਆਂ। WHO ਨੇ ਕਿਹਾ ਵੀ ਅਸੀਂ ਦੀ ਸਰਟੀਫਿਕੇਟ ਦਿੱਤਾ ਜੀ। ਇਧਰੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਵੀ ਭਾਈ ਸਾਨੂੰ ਨਹੀਂ ਪਤਾ ਇਸ ਗੱਲ ਦਾ, ਇਹ ਟ੍ਰਾਇਲ ਕਿਹੜੀ ਥਾਂ ਦੇ ਉੱਤੇ ਹੋ ਗਿਆ, ਸਾਨੂੰ ਇਸ ਗੱਲ ਦਾ ਨਹੀਂ ਪਤਾ। ਤੇ ਉਧਰੋਂ ਰਾਮਦੇਵ ਹੋਰੀ ਕਹਿੰਦੇ ਆ, ਤੇ ਬਾਲਕ੍ਰਿਸ਼ਨ ਹੋਰੀ ਜਿਹੜੇ ਕਿ ਪਰਛਾਵਾਂ ਰਾਮਦੇਵ ਦਾ, ਉਹ ਕਹਿੰਦੇ ਵੀ ਇਹ ਤਾਂ ਨਾ ਸਾਡੇ ਖਿਲਾਫ ਇੱਕ ਧੜਾ ਖੜਾ ਹੋਇਆ, ਇਹ ਆਯੁਰਵੈਦ ਦੇ ਖਿਲਾਫ ਸਾਜ਼ਿਸ਼ਾਂ ਰਚਣ ਵਾਲੇ ਲੋਕ ਆ। ਏਦਾਂ ਦੀ ਕੋਈ ਗੱਲ ਨਹੀਂ, ਇਹ ਤਾਂ ਜੀ ਦਵਾਈ ਆ ਜਿਹੜੀ ਬਣਾਈ, ਇਹ ਬੰਬ ਬੁਲਾ ਦਿੰਦੀ ਆ, ਇਹ ਕਰੋਨਾ ਜੜੋਂ ਹੀ ਚੱਕ ਦਿੰਦੀ ਆ। ਉਹ ਕਹਿੰਦੇ ਵੀ ਜੇਕਰ ਦਵਾਈ ਦੇ ਵਿੱਚ ਕੋਈ ਨੁਕਸ ਹੁੰਦਾ ਤਾਂ ਸਿਹਤ ਮੰਤਰੀ ਨੇ ਥੋੜੀ ਉੱਥੇ ਪਹੁੰਚਣਾ ਸੀ। ਸਭ ਕੁਝ ਠੀਕ ਆ, ਆਯੁਰਵੈਦ ਦੇ ਵੈਰੀਆਂ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਕਰਾਇਆ ਜਾ ਰਿਹਾ। ਪਹਿਲਾਂ ਦੱਸ ਦਿੰਦੇ ਨਾ, ਇੰਨਾ ਪੈਸਾ ਲਾਉਂਦੀ ਸਰਕਾਰ, ਉਹ ਵੀ ਜਿਹੜਾ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਲਈ ਉਹ ਪੈਸਾ ਜਿਹੜਾ ਵਰਤਿਆ ਜਾ ਸਕਦਾ ਸੀ, ਹੋਰ ਬਹੁਤ ਕੰਮ ਆ ਸਕਦਾ ਸੀ। ਪਹਿਲਾਂ ਕੋਰੋਨਿਲ ਜੀ ਲੈ ਕੇ ਫਿਰ ਆ ਜਾਂਦੇ ਤਾਂ ਉਦੋਂ ਦੇਖ ਲੈਂਦੇ ਵੀ ਕੀ ਹੁੰਦਾ ਕੀ ਨਹੀਂ। ਨਾਲੇ ਜੇ ਉਹੀ ਨਾਮ ਦੀ ਦਵਾਈ ਤੁਸੀਂ ਦੁਬਾਰਾ ਲੈ ਕੇ ਆਏ ਹੋ ਤਾਂ ਪਹਿਲਾਂ ਕਹਿੰਦੇ ਸੀ ਇਮਿਊਨਿਟੀ ਬੂਸਟਰ ਆ, ਦੂਜੇ ਹੁਣ ਕਹਿੰਦੇ ਹੋ ਕਿ ਨਹੀਂ ਇੰਨਾ ਕਰੋਨਾ ਮੁੱਕੂਗਾ। ਕਦੇ ਵੀ ਕਿਸੇ ਦੋ ਦਵਾਈਆਂ ਦਾ ਨਾਂ ਇੱਕੋ ਹੀ ਹੋ ਸਕਦਾ ਤੇ ਤੁਹਾਡੀਆਂ ਦੋ ਦਵਾਈਆਂ ਦਾ ਨਾਂ ਇੱਕੋ ਕਿਵੇਂ ਆ? ਸਾਡੇ ਚੱਲਦਾ ਹੈ, ਸਾਡੇ ਐਂ ਚੱਲਦਾ। ਅਸੀਂ ਤਾਂ ਕਿਸੇ ਵੀ ਚੀਜ਼ ਦਾ ਨਾਂ ਬਦਲ ਦਿੰਨੇ ਆ, ਅਸੀਂ ਉਸ ਥਾਂ ਤੇ ਰਹਿੰਦੇ ਆ। ਨਹੀਂ ਤੇ ਆਪਾਂ ਮਤਲਬ ਗੱਲ ਇਹ ਹੈ ਵੀ ਕੋਰੋਨਾ ਇੰਨਾ ਮਤਲਬ ਆਪਾਂ ਨੂੰ ਕੀ ਹੋ ਗਿਆ ਸੀ ਕਿ ਆਪਾਂ ਦਵਾਈਆਂ ਬਣਾਉਣ ਦੇ ਪਿੱਛੇ ਹੀ ਪੈ ਗਏ ਆ। ਆਪਾਂ ਜਿਹੜਾ ਢਿੱਡ ਘੁਮਾ ਰਹੇ ਸੀ ਉਹਦੇ 'ਚ ਕੋਈ ਸਮੱਸਿਆ ਆ ਗਈ? ਨਹੀਂ ਐਂ ਨਹੀਂ ਹੁੰਦਾਗਾ। ਕਈ ਗੱਲਾਂ ਹੁੰਦੀਆਂ, ਉਹ ਸਰਕਾਰੀ ਗੱਲਾਂ ਹੁੰਦੀਆਂ, ਜਿਨ੍ਹਾਂ ਦੀ ਸ਼ਾਦੀ ਭਰੀ ਹੋਵੇ ਉਹ ਵੀ ਫਿਰ ਮੋੜਵੇਂ ਤੌਰ ਦੇ ਉੱਤੇ ਕੁਝ ਨਾ ਕੁਝ ਤਾਂ ਕਰਦੇ ਹੀ ਆ ਨਾ। ਆ ਤੁਸੀਂ ਹੁਣ ਚੇਤਾ ਨਹੀਂ ਗਾ, ਸਿੰਘੂ ਬਾਰਡਰ ਦੇ ਉੱਤੇ ਦੋ ਭੰਡ ਗਏ ਜਿਹੜੇ ਕਿ ਆਪਣੇ ਪ੍ਰੋਗਰਾਮ 'ਚ ਵੀ ਆਉਣਗੇ, ਉਹਨਾਂ ਦੀਆਂ ਗੱਲਾਂ ਨਹੀਂ ਸੁਣੀਆਂ। ਉਹ ਕਹਿੰਦੇ ਬਈ ਤੈਨੂੰ ਪਤਾ ਹੋਵੇ ਭੰਡਾ ਅੱਜ ਕੱਲ ਜਿਹੜੇ ਅੰਦੋਲਨ ਕਰਨ ਵਾਲੇ ਇਹਨਾਂ ਦਾ ਨਾਂ ਕੀ ਰੱਖਿਆ? ਕਹਿੰਦਾ ਕੀ ਰੱਖਿਆ? ਕਹਿੰਦਾ ਅੰਦੋਲਨ ਜੀਵੀ। ਤੇ ਕਹਿੰਦਾ ਜਿਹੜੇ ਪਾਰਲੀਮੈਂਟ ਦੇ ਵਿੱਚ ਉਹ ਕਹਿੰਦਾ ਜੁਮਲਾ ਜੀਵੀ। ਤੇ ਕਹਿੰਦੇ ਜਿਹਨੂੰ ਅਕਲ ਨਾ ਮੌਤ ਉਹਦਾ ਨਾਂ ਕੀ? ਕਹਿੰਦਾ ਕੰਗਣਾ ਰਣੌਤ। ਤੇ ਕਹਿੰਦੇ ਰਾਮਦੇਵ ਕੀ ਆ? ਕਹਿੰਦਾ ਸੁੱਥਣ ਜੀਵੀ। ਹਾਂ, ਮਤਲਬ ਇਹ ਆ ਲੋਕਾਂ ਨੂੰ ਹਰ ਗੱਲ ਚੇਤੇ ਆ। ਜੱਜ ਦਾ ਵਿਚਾਰ। ਟਾਣਾ ਸਾਹਿਬ, ਇੱਕ ਬਹੁਤ ਸੋਹਣੀ ਮਿਸਾਲ ਸਾਹਮਣੇ ਆਈ ਹੈ, ਇੱਕ ਇਹੋ ਜਿਹੀ ਖਬਰ ਸਾਹਮਣੇ ਆਈ ਹੈ ਜਿਹਦੀ ਚਰਚਾ ਅੱਜ ਹਰ ਘਰ ਦੇ ਵਿੱਚ ਹੋ ਰਹੀ ਹੈ। ਅਕਸਰ ਆਪਾਂ ਇਹ ਗੱਲਾਂ ਕਰਦੇ ਆ ਕਿ ਜਦੋਂ ਕੁੜੀਆਂ ਨੂੰ ਪੜਾਉਣ ਦੀ ਗੱਲ ਆਉਂਦੀ ਹੈ ਨਾ, ਬਹੁਤੇ ਲੋਕ ਜਿਹੜੇ ਨੇ ਉਹ ਕੋਈ ਨਾ ਕੋਈ ਬਹਾਨਾ ਬਣਾ ਲੈਂਦੇ ਨੇ। ਜਿਵੇਂ ਤੁਸੀਂ ਵੀ ਇੱਕ ਵਾਰ ਖਬਰ ਸੁਣਾਈ ਸੀ, ਤੁਹਾਡੇ ਨਾਲ ਜੋ ਬੀਤੀ ਸੀ, ਕਹਿ ਲਓ ਵੀ ਤੁਹਾਡੇ ਇੱਕ ਦੋਸਤ ਨੇ ਤੁਹਾਨੂੰ ਆਪਣੀ ਬੇਟੀ ਦੇ ਵਿਆਹ ਦਾ ਸੱਦਾ ਦਿੱਤਾ ਤੇ ਤੁਸੀਂ ਉਹਨੂੰ ਕਿਹਾ ਵੀ ਵਿਆਹ ਕਿੰਨੇ 'ਚ ਕਰ ਰਹੇ ਹੋ? ਤੇ ਉਹਨੇ ਕਿਹਾ 15-20 ਲੱਖ ਰੁਪਈਆ ਲਾਉਣਾ ਹੈ। ਤੇ ਤੁਸੀਂ ਉਹਨੂੰ ਪੁੱਛਿਆ ਵੀ ਬੱਚੀ ਪੜ੍ਹੀ ਕਿੰਨਾ ਹੈ? ਤੇ ਉਹਨੇ ਕਿਹਾ ਸਿਰਫ 12ਵੀਂ ਕਰਾਈ, ਪੜ੍ਹਾਈ ਲਈ ਪੈਸਾ ਹੈ ਨਹੀਂ ਸੀ। ਕਹਿੰਦੇ ਵੀ ਤੰਗੀ ਬਹੁਤ ਆ, ਹੱਥ ਹਮੇਸ਼ਾ ਤੰਗ ਰਿਹਾ, ਇਸ ਕਰਕੇ ਭਾਈ ਆਪਾਂ ਅੱਗੇ ਪੜ੍ਹਾ ਨਹੀਂ ਸਕੇ। ਤੇ ਮੈਂ ਕਿਹਾ ਵੀ ਹੁਣ ਕਿਵੇਂ ਖਰਚ ਕਰੀ ਜਾਣਾ? ਅੱਜ 15 ਲੱਖ ਖਰਚ ਕਰਨ ਦੀ ਥਾਂ ਦੇ ਉੱਤੇ 50,000 ਕਰ ਲੈਂਦਾ, ਉਦੋਂ ਇਸ ਕੁੜੀ ਨੂੰ ਪੜਾਉਣ ਤੇ ਲਾ ਦਿੰਦਾ। ਪਰ ਇੰਨਾ ਲੋਕਾਂ ਦੇ ਦਿਮਾਗ ਹੈ ਨਹੀਂ। ਆ ਨੱਕ ਆ ਨਾ ਜਿਹੜਾ
ਹੈ ਤਾਂ ਸਾਹ ਲੈਣ ਦੇ ਲਈ, ਪਰ ਇਹਦੀ ਆਪਾਂ ਵਰਤੋਂ ਕਰਨ ਲੱਗ ਪਏ ਇੱਜ਼ਤ ਬਚਾਉਣ ਦੇ ਲਈ। ਬਿਲਕੁਲ ਤੇ ਸਹੀ। ਮੇਰਾ ਨੱਕ ਨਾ ਵੱਢਿਆ ਜਾਵੇ, ਸ਼ਰੀਕ ਕੀ ਕਹਿਣਗੇ, ਰਿਸ਼ਤੇਦਾਰੀਆਂ ਕੀ ਕਹਿਣਗੀਆਂ, ਜਿਨ੍ਹਾਂ ਦੇ ਜਾ ਕੇ ਖਾਂਦੇ ਰਹੇ ਆ, ਅੱਜ ਉਹਨਾਂ ਨੂੰ ਖਵਾਉਣ ਦਾ ਵੇਲਾ, ਸਾਡੇ ਤਾਂ ਪਹਿਲਾ ਵਿਆਹ, ਸਾਡੀ ਪਿੱਠ ਲੱਗ ਜੂ, ਇਹਨਾਂ ਗੱਲਾਂ ਦੇ ਨਾਲ ਆਪਾਂ ਪੱਟੇ ਗਏ ਆ। ਬਿਲਕੁਲ ਸਹੀ। ਪਰ ਕੁਝ ਕੁ ਲੋਕ ਇਹੋ ਜਿਹੇ ਹਾਲੇ ਵੀ ਹੈਗੇ ਨੇ ਜਿਹੜੇ ਕਿ ਇਹ ਭੇਦਭਾਵ ਤੋਂ ਉੱਪਰ ਉੱਠੇ ਹੋਏ ਨੇ, ਜਿਹੜੇ ਹਾਲੇ ਵੀ ਆਪਣੇ ਬੱਚਿਆਂ ਨੂੰ ਪੜਾਉਣ ਨੂੰ ਤਵੱਜੋ ਦਿੰਦੇ ਨੇ। ਔਰ ਇਹੋ ਜਿਹੀ ਖਬਰ ਬੰਬੇ ਤੋਂ ਸਾਹਮਣੇ ਆਈ ਹੈ। ਉੱਥੇ ਇੱਕ 74 ਸਾਲ ਦੇ ਬਜ਼ੁਰਗ ਨੇ, ਉਹ ਆਟੋ ਚਲਾਉਂਦੇ ਨੇ, ਤੇ ਤੁਸੀਂ ਸਮਝ ਸਕਦੇ ਹੋ ਕਿ ਉਹਨਾਂ ਦੀ ਵਿੱਤੀ ਹਾਲਤ ਕਿਹੋ ਜਿਹੀ ਹੋਏਗੀ। ਦੇਸਰਾਜ ਨਾਂ ਉਹਨਾਂ ਦਾ ਜੀ, 74 ਸਾਲ ਦੀ ਇਹਨਾਂ ਦੀ ਉਮਰ ਹੈ ਤੇ ਦੇਸਰਾਜ ਇਹਨਾਂ ਦਾ ਨਾਂ ਹੈ। ਤੇ ਜਿਹੜੇ ਦੇਸਰਾਜ ਜੀ ਨੇ, ਇਹਨਾਂ ਦੇ ਵੈਸੇ ਪਰਿਵਾਰ ਦੇ ਵਿੱਚ 7 ਜੀ ਨੇ ਜਿਨ੍ਹਾਂ ਨੂੰ ਪਾਲਣ ਦਾ ਕੰਮ ਇਹੀ ਕਰ ਰਹੇ ਨੇ, ਕਿਉਂਕਿ 2 ਬੇਟੇ ਸੀ। ਹਾਂਜੀ, 2 ਬੇਟੇ ਸੀ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ, ਤੇ ਪੋਤੀ ਨੂੰ ਪੜਾਉਣ ਦੇ ਲਈ ਇਹਨਾਂ ਨੇ ਆਪਣਾ ਘਰ ਵੇਚ ਦਿੱਤਾ। ਦੇਖੋ ਜੀ, ਇਹ ਇੱਕ ਬੜੀ ਵੱਖਰੀ ਤੇ ਵੱਡੀ ਗੱਲ ਹੈ। ਇੱਕ ਬਜ਼ੁਰਗ ਹੋਵੇ, ਉਹਦੇ ਉੱਤੇ ਘਰ ਦੀ ਸਾਰੀ ਜ਼ਿੰਮੇਵਾਰੀ ਪਈ ਹੋਵੇ, ਉਹ ਚਾਹੁੰਦਾ ਹੋਵੇ ਕਿ ਮੇਰੀ ਪੋਤੀ ਹੈ ਜਿਹੜੀ ਪੜ੍ਹ ਲਿਖ ਕੇ ਕਿਸੇ ਵੱਡੇ ਮੁਕਾਮ ਦੇ ਉੱਤੇ ਪਹੁੰਚੇ, ਤੇ ਉਹ ਜ਼ਿੰਦਗੀ ਦੇ ਵਿੱਚ ਇਸ ਕਦਰ ਸਮਝੌਤਾ ਕਰ ਲਵੇ ਵੀ ਭਾਈ ਆਪਣਾ ਘਰ ਹੀ ਵੇਚ ਦਿੰਦੇ ਆ। ਤੇ ਲੋਕਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ, ਕਿਉਂਕਿ ਫੰਡ ਇਕੱਠਾ ਕਰਨ ਦੇ ਲਈ, ਘਰ ਬਚਾਉਣ ਦੇ ਲਈ, ਬੱਚੀ ਦੀ ਪੜ੍ਹਾਈ ਦੇ ਲਈ ਇੱਕ ਮੁਹਿੰਮ ਚਲਾਈ ਗਈ ਫੰਡ ਇਕੱਠਾ ਕਰਨ ਦੇ ਲਈ, 20 ਲੱਖ ਰੁਪਏ ਦਾ ਨਿਸ਼ਾਨਾ ਮਿੱਥਿਆ ਸੀ ਲੋਕਾਂ ਨੇ। ਪਰ ਦਾਨੀ ਸੱਜਣ ਵੀ ਸਾਡੇ ਭਾਰਤ ਦੇ ਵਿੱਚ ਤੇ ਦੁਨੀਆ ਦੇ ਵਿੱਚ ਇੰਨੇ ਹੈਗੇ ਆ ਜਿਹੜੇ ਕਿ ਚੰਗੀ ਸੋਚ ਵਾਲੇ ਆ, ਜਿਹੜੇ ਲੋੜਵੰਦਾਂ ਦੀ ਮਦਦ ਕਰਦੇ। ਸਾਰਿਆਂ ਨੇ ਉੱਤੇ ਸਾਨੂੰ ਮਾਣ ਆ। 24 ਲੱਖ ਰੁਪਈਆ ਕੁਝ ਕੁ ਦਿਨਾਂ ਦੇ ਵਿੱਚ ਇਕੱਠਾ ਹੋ ਗਿਆ। ਇੱਕ ਸੰਸਥਾ ਦੇ ਵੱਲੋਂ ਇਕੱਠਾ ਕਰਕੇ ਇਹ ਦੇਸ ਰਾਜ ਦੇ ਹਵਾਲੇ ਕੀਤਾ ਗਿਆ ਪੈਸਾ। ਵਾਹ, ਬਹੁਤ ਚੰਗੀ ਗੱਲ ਆ। ਬੱਚੀ ਦੀ ਜ਼ਿੰਦਗੀ ਵੀ ਬਣ ਜੂ, ਸ਼ਾਇਦ ਇਹਨਾਂ ਨੂੰ ਉਹਨਾਂ ਦਾ ਘਰ ਵੀ ਵਾਪਸ ਮਿਲ ਜੇ, ਤੇ ਇਸ ਬਜ਼ੁਰਗ ਦਾ ਬੁਢਾਪਾ ਜਿਹੜਾ ਉਹ ਵੀ ਸਮਝ ਜੇ। ਆਪਾਂ ਸਮਝ ਸਕਦੇ ਹਾਂ ਵੀ 74-75 ਸਾਲ ਦੀ ਉਮਰ ਹੋਵੇ ਤੇ ਆਟੋ ਚਲਾਉਣਾ ਔਖਾ ਹੋਊਗਾ ਕਿ ਸੌਖਾ। ਬਿਲਕੁਲ ਸਹੀ। ਔਰ ਵੈਸੇ ਵੀ ਜਦੋਂ ਇਨਸਾਨ ਨੂੰ ਇਹੋ ਜਿਹੀਆਂ ਸੱਟਾਂ ਲੱਗ ਗਈਆਂ ਹੁਣ ਕਿ ਜਵਾਨ ਪੁੱਤੋਂ ਵੀ ਜਹਾਨੋਂ ਤੁਰ ਗਏ, ਉਦੋਂ ਬੰਦਾ ਵੈਸੇ ਹੀ ਅੱਧਾ ਰਹਿ ਜਾਂਦਾ। ਉਦੋਂ ਵੈਸੇ ਹੀ ਉਹ ਅੰਦਰੋਂ ਅੰਦਰ ਖੋਖਲਾ ਜਿਹਾ ਹੁੰਦਾ ਜਾਂਦਾ, ਸੋਚ ਕੇ ਕਿ ਕੀ ਬਣੂ ਕੀ ਬਣੂ। ਪਰ ਇਹਨਾਂ ਨੇ ਜਿਹੜਾ ਇਹ ਕਦਮ ਚੁੱਕਿਆ, ਜਿਹੜਾ ਆਪਣੀ ਪੋਤੀ ਨੂੰ ਪੜਾਉਣ ਬਾਰੇ ਸੋਚਿਆ, ਇਹ ਬਹੁਤ ਵੱਡੀ ਚੀਜ਼ ਹੈ। ਬਿਲਕੁਲ ਸਹੀ ਗੱਲ ਆ। ਪਰ ਨਾ ਜਿਹੜਾ ਦਾਨ ਆ, ਜਿਹੜੇ ਲੋਕ ਲੋੜਵੰਦਾਂ ਦੀ ਮਦਦ ਕਰਦੇ ਆ ਮੌਕੇ ਦੇ ਮੁਤਾਬਕ, ਸਾਰਿਆਂ ਨੂੰ ਸੱਚੀ ਸਲਾਮ ਆ। ਬਿਲਕੁਲ। ਪਰ ਕਈ ਥਾਵਾਂ ਦੇ ਉੱਤੇ ਨਾ ਪੈਸਾ ਮੈਂ ਐਵੇਂ ਥੱਪਿਆ ਹੋਇਆ ਵੀ ਵੇਖਦਾ। ਮੈਂ ਇੱਕ ਪਿੰਡ ਦੇ ਵਿੱਚ ਗਿਆ, ਉਸ ਪਿੰਡ ਦੇ ਵਿੱਚ 2 ਗੇਟ ਬਣੇ ਹੋਏ ਆ। ਅੱਛਾ ਜੀ। 14 ਲੱਖ ਰੁਪਏ ਦੇ ਨਾਲ ਇੱਕ ਗੇਟ ਬਣਾਇਆ ਗਿਆ, ਤੇ ਉਹ ਆਪਣੇ ਵੱਡੇ ਵਡੇਰਿਆਂ ਦੇ ਨਾਂ ਦੇ ਉੱਤੇ ਗੇਟ ਬਣਾਇਆ, ਤੇ 14-15 ਲੱਖ ਹੀ ਦੂਜੇ ਪਾਸੇ ਵੀ ਲੱਗਾ ਹੋਇਆ। ਮਤਲਬ 25-30 ਲੱਖ ਰੁਪਈਆ 2 ਗੇਟਾਂ ਦੇ ਉੱਤੇ ਖਰਚ ਕਰ ਦਿੱਤਾ ਗਿਆ। ਉਸ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਦੀ ਸਮੱਸਿਆ ਹੈਗੀ ਆ। ਉਸ ਪਿੰਡ ਦੇ ਵਿੱਚ ਕੈਂਸਰ ਪੀੜਤ ਕੁਝ ਕੁ ਲੋਕ ਇਹੋ ਜਿਹੇ ਜਿਨ੍ਹਾਂ ਦੀ ਮਦਦ ਕੀਤੀ ਜਾ ਸਕਦੀ ਸੀ। ਉਸ ਪਿੰਡ ਦੇ ਵਿੱਚ ਗਰੀਬ ਧੀਆਂ ਧਿਆਣੀਆਂ ਦੀ ਮਦਦ ਪੜ੍ਹਾਈ ਵਾਸਤੇ ਕੀਤੀ ਜਾ ਸਕਦੀ ਸੀ, ਪਰ ਉੱਥੇ ਨਹੀਂ ਪੈਸਾ ਖਰਚ ਕੀਤਾ ਗਿਆ, ਗੇਟਾਂ ਦੇ ਉੱਤੇ ਪੈਸਾ ਥੱਪ ਦਿੱਤਾ। ਇਹਦੇ ਨਾਲ ਤੁਹਾਨੂੰ ਆਪਣੀ ਮਾਨਸਿਕ ਸੰਤੁਸ਼ਟੀ ਤਾਂ ਹੋ ਸਕਦੀ ਵੀ ਦੇਖੋ ਸਾਡੇ ਵੱਡੇ ਵਡੇਰਿਆਂ ਦਾ ਨਾਂ ਕਿੱਥੇ ਲਿਖਿਆ, ਪਰ ਲੋਕਾਂ ਦੇ ਦਿਲ ਦੇ ਉੱਤੇ ਨਾਂ ਲਿਖਣਾ ਹੀ ਹੋਰ ਗੱਲ ਹੁੰਦੀ ਹੈ। ਸੋ ਇਸ ਕਰਕੇ ਜਿਹੜਾ ਆਪਾਂ ਦਾਨ ਕਰਦੇ ਆ, ਉਹ ਵੇਲੇ ਸਿਰ ਸਹੀ ਥਾਂ ਦੇ ਉੱਤੇ ਕੀਤਾ ਜਾਵੇ ਤਾਂ ਵਧੀਆ। ਜਿਵੇਂ ਕਹਿੰਦੇ ਹੁੰਦੇ ਵੀ ਦਾਨ ਦੀ ਦਿਸ਼ਾ ਬਦਲਣੀ ਚਾਹੀਦੀ ਹੈ, ਇਹਦੇ ਵੱਲ ਖਿਆਲ ਕਰਨਾ ਚਾਹੀਦਾ। ਚੱਜ ਦਾ ਵਿਚਾਰ। ਹਰਮਨ ਜੀ, ਅੱਜ ਸਪੁਰਦੇ ਖਾਕ ਕਰ ਦਿੱਤਾ ਗਿਆ ਸਰਦੂਲ ਸਿਕੰਦਰ ਹੋਰਾਂ ਨੂੰ। ਬਹੁਤ ਭਾਵੁਕਤਾ ਦਾ ਮੌਕਾ। ਕੱਲ ਵੀ ਆਪਾਂ ਬੜੇ ਭਾਵੁਕ ਸੀ। ਸਾਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਸੰਗੀਤ ਪ੍ਰੇਮੀ ਭਾਵੁਕ ਆ। ਸਰਦੂਲ ਸਿਕੰਦਰ ਹੋਰਾਂ ਨੂੰ ਜਦੋਂ ਅੱਜ ਸਪੁਰਦੇ ਖਾਕ ਕੀਤਾ ਗਿਆ ਨਾ, ਤਾਂ ਅਮਰ ਨੂਰੀ ਨੇ ਵਾਰ-ਵਾਰ ਇਹ ਗੱਲ ਕਹੀ ਆ ਕਿ ਮੇਰੀ ਵੀ ਕਬਰ ਨਾਲ ਹੀ ਬਣਾ ਦਿਓ। ਸੋ ਉਹ ਜਿਹੜਾ ਮੌਕਾ ਸੀ, ਉਹ ਜਿਹੜਾ ਉੱਥੇ ਗਮਗੀਨ ਮਾਹੌਲ ਸੀ, ਉਹਨੂੰ ਦੇਖ ਕੇ ਨਾ ਗੱਚ ਭਰ ਆਇਆ। ਬਿਲਕੁਲ ਟਾਣਾ ਸਾਹਿਬ, ਇਹ ਸੱਚੀ ਹਾਲੇ ਵੀ ਉਹ ਲੱਗ ਰਿਹਾ ਹੈ ਕਿ ਸ਼ਾਇਦ ਕੋਈ ਕਹਿ ਦੇਵੇ ਕਿ ਇਹ ਸਭ ਕੁਝ ਝੂਠ ਹੈ, ਸ਼ਾਇਦ ਕੋਈ ਕਹਿ ਦੇਵੇ ਕਿ ਨਹੀਂ ਇਹ ਅਫਵਾਹ ਫੈਲ ਗਈ ਸੀ, ਸਭ ਕੁਝ ਠੀਕ ਹੈ। ਪਰ ਇਦਾਂ ਹੋਣਾ ਨਹੀਂ, ਕਿਉਂਕਿ ਹੁਣ ਤਾਂ ਉਹ ਕਹਿੰਦੇ ਹੁੰਦੇ ਆ ਵੀ ਜਿਹੜੀ ਇਨਸਾਨ ਦੀ ਆਖਰੀ ਮੰਜ਼ਿਲ ਹੈ, ਆਖਰੀ ਘਰ, ਉਹ ਵੀ ਮਿਲ ਗਿਆ, ਹਨਾ। ਸੋ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਇਸ ਵੇਲੇ ਹਰ ਅੱਖ ਨਮ ਹੈ। ਮੈਂ ਦੇਖ ਰਹੀ ਸੀ ਬਹੁਤ ਸਾਰੇ ਗਾਇਕ ਵੀ ਉਹਨਾਂ ਦੇ ਘਰ ਗਏ, ਉਹਨਾਂ ਦੀਆਂ ਵੀ ਅੱਖਾਂ ਦੇ ਵਿੱਚੋਂ ਪਾਣੀ ਜਿਹੜਾ ਉਹ ਪਰਲ ਪਰਲ ਵਗ ਰਿਹਾ ਸੀ। ਸੋ ਇੱਕ ਚੰਗੇ ਇਨਸਾਨ ਹੋਣ ਦੇ ਨਾਲ ਨਾਲ ਇੱਕ ਚੰਗੇ ਸਮਾਜ ਸੇਵੀ ਵੀ ਸੀ, ਚੰਗੇ ਗਾਇਕ ਵੀ ਸੀ, ਔਰ ਗਾਣੇ ਤਾਂ ਉਹਨਾਂ ਦੀ ਰਹਿੰਦੀ ਦੁਨੀਆ ਤੱਕ ਰਹਿਣਗੇ, ਲੋਕਾਂ ਦੇ ਦਿਲਾਂ ਦੇ ਉੱਪਰ ਰਾਜ ਕਰਨਗੇ। ਪਰ ਇੱਕ ਹੀਰਾ ਗਵਾ ਲਿਆ। ਗੁਰਪ੍ਰੀਤ ਘੁੱਗੀ ਨੇ ਨਾ ਭਾਵੁਕਤਾ ਦੇ ਵਿੱਚ ਇੱਕ ਗੱਲ ਦੱਸੀ ਹੈ ਪੱਤਰਕਾਰਾਂ ਨੂੰ। ਉਹ ਕਹਿੰਦੇ ਵੀ ਇੱਕ ਦਿਨ ਨਾ ਮੇਰੇ ਕੋਲੇ ਪਰਿਵਾਰ ਸਮੇਤ ਆਏ, ਇੱਥੇ ਮੋਹਾਲੀ ਵਾਲੇ ਘਰ ਦੇ ਵਿੱਚ ਆਏ ਤਾਂ ਸੀਗੇ ਉਹ ਅੱਧੇ ਪੌਣੇ ਘੰਟੇ ਦੇ ਲਈ, ਪਰ ਸਵੇਰ ਦੇ 3-3:30 ਵਜੇ ਤੱਕ ਮੇਰੇ ਨਿਆਣਿਆਂ ਨੂੰ ਗਾਣੇ ਗਾਉਣੇ ਸਿਖਾਈ ਗਏ। ਵਾਹ। ਤੇ ਕਹਿੰਦੇ ਮੈਂ ਕਿਹਾ ਜੀ ਤੁਹਾਡੀ ਸਿਹਤ ਨਹੀਂ ਠੀਕ ਰਹਿੰਦੀ ਕਿ ਕਿਡਨੀ ਦੀ ਸਮੱਸਿਆ ਕਰਕੇ, ਤੁਸੀਂ ਹੁਣ ਆਰਾਮ ਕਰ ਲਓ। ਕਹਿੰਦੇ ਨਹੀਂ ਯਾਰ ਤੈਨੂੰ ਨਹੀਂ ਪਤਾ, ਇਹ ਮੌਕੇ ਦੇ ਮੁਤਾਬਕ ਬਹੁਤ ਕੁਝ ਦੱਸਣਾ ਪੈਂਦਾ। ਇਹ ਨਾ ਵੈਸੇ ਵੀ ਕੰਮ ਦਿਲ ਗੁਰਦੇ ਵਾਲਿਆਂ ਦਾ। ਤੇ ਕਹਿੰਦੇ ਦੇਖ ਦਿਲ ਮੇਰਾ ਤੰਦਰੁਸਤ ਆ ਤੇ ਗੁਰਦਾ ਤੇਰੀ ਭਰਜਾਈ ਤੋਂ ਲਿਆ ਹੋਇਆ, ਤੇ ਇਸ ਕਰਕੇ ਮੇਰਾ ਕੀ ਵਿਗੜਦਾ। ਸੋ ਇਹੋ ਜਿਹੇ ਮਜ਼ਾਕੀਆ ਲਹਿਜੇ ਵਾਲੇ ਵੀ ਸੀਗੇ। ਉਹਨਾਂ ਦੇ ਮਜ਼ਾਕੀਆ ਰੂਪ ਨੂੰ, ਉਹਨਾਂ ਦੇ ਗਾਣੇ ਨੂੰ, ਉਹਨਾਂ ਦੀ ਸੰਜੀਦਗੀ ਨੂੰ, ਉਹਨਾਂ ਦੇ ਜ਼ਮੀਨੀ ਪੱਧਰ ਦੇ ਉੱਤੇ ਜੁੜੇ ਹੋਣ ਨੂੰ ਸਾਰੇ ਲੋਕ ਸਲਾਮ ਕਰਦੇ ਸੀ ਤੇ ਰਹਿਣਗੇ। ਬਿਲਕੁਲ ਸਹੀ। ਸੋ
ਇਸ ਵੇਲੇ ਪਰਿਵਾਰ ਦਾ ਸਾਥ ਦੇਣ ਦੀ ਸਾਨੂੰ ਲੋੜ ਹੈ। ਇਸ ਵੇਲੇ ਪਰਿਵਾਰ ਦੇ ਨਾਲ ਅਸੀਂ ਖੜੀਏ ਸਾਰੇ ਜਣੇ, ਇਹ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਉਹਨਾਂ ਨੂੰ ਇਸ ਵੇਲੇ ਸਾਡੇ ਦੋ ਬੋਲਾਂ ਦੀ, ਸਾਡੇ ਪਿਆਰ ਦੀ, ਸਾਡੇ ਹੌਸਲੇ ਦੀ, ਸਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਆਪਾਂ ਕੋਸ਼ਿਸ਼ ਕਰੀਏ ਜਿੰਨਾ ਹੋ ਸਕੇ ਆਪਾਂ ਉਹਨਾਂ ਦਾ ਸਾਥ ਦਈਏ, ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਖੜੀਏ। ਬਿਲਕੁਲ। ਤੇ ਹੰਸਰਾਜ ਹੰਸੂਰਾਂ ਦੀ ਨਾ ਇੱਕ ਇੰਟਰਵਿਊ ਦੇਖੀ ਮੈਂ ਜੀ, ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਜ਼ਿੰਦਗੀ ਦੇ ਵਿੱਚ ਨਾ ਅਸੀਂ ਮੁਕਾਬਲਾ ਵੀ ਕਰਦੇ ਰਹੇ ਹਾਂ ਵੀ ਜਦੋਂ ਇੱਕੋ ਸੰਗੀਤਕਾਰ ਦੇ ਚੰਡੇ ਹੋਏ ਗਏ ਜਨਾਬ ਚਰਨਜੀਤ ਅਹੂਜਾ, ਇੱਕੋ ਕੰਪਨੀ ਦੇ ਵਿੱਚ ਗਾਣੇ ਆਉਂਦੇ ਹੋਣ, ਇੱਕੋ ਵੇਲੇ ਮਸ਼ਹੂਰ ਹੋਈ ਗਏ, ਇੱਕੋ ਜਿਹੇ ਪ੍ਰੋਗਰਾਮ ਮਿਲਦੇ ਹੋਣ, ਤਾਂ ਉਹਨਾਂ ਨੇ ਕਿਹਾ ਜੀ ਕਿ ਮੈਂ ਕੁਝ ਕੁ ਵਰੇ ਪਹਿਲਾਂ ਉਹਨਾਂ ਦੇ ਕੋਲੇ ਜਾ ਕੇ ਨਾ ਇਸ ਗੱਲ ਨੂੰ ਕਬੂਲ ਕਰਕੇ ਆਇਆ ਵੀ ਦੇਖੋ ਪਿਛਲੇ ਖੁਰੀ ਜਦੋਂ ਝਾਤ ਮਾਰਨੇ ਬੜਾ ਕੁਝ ਹੋਇਆ ਵਾਪਰਿਆ, ਉਦੋਂ ਤਾੜੀਆਂ ਦੀ ਵੀ ਲੋੜ ਸੀ, ਉਦੋਂ ਪੈਸੇ ਦੀ ਵੀ ਲੋੜ ਸੀ, ਮਕਬੂਲੀਅਤ ਦੀ ਲੋੜ ਸੀ, ਪਰ ਸਰਦੂਲ ਇਹ ਗੱਲ ਸੱਚੀ ਆ ਵੀ ਤੂੰ ਬਹੁਤ ਵੱਡਾ ਗਾਇਕ ਆ, ਮੈਂ ਤੇਰੇ ਜਿੱਡਾ ਗਾਇਕ ਨਹੀਂਗਾ, ਸੋ ਇਹ ਮਾਣ ਤੇਰੇ ਕੋਲ ਹੀ ਹੋਣਾ ਚਾਹੀਦਾ। ਤੇ ਇਹ ਗੱਲ ਸੱਚੀ ਵੀ ਹੈ ਕਿਉਂਕਿ ਦੁਨੀਆ ਜਾਣਦੀ ਹੈ ਵੀ ਸੁਰੀਲੇ ਬੰਦੇ ਕਿੰਨੇ ਕਾ ਉਹਦੇ ਵਿੱਚ, ਭਾਵੇਂ ਕੋਈ ਕਿਸੇ ਵੀ ਖੇਤਰ ਦੇ ਵਿੱਚ ਜੁੜ ਗਿਆ, ਉਹਦੇ 'ਚ ਹੰਸਰਾਜ ਹੰਸ ਦੀ ਗੱਲ ਕਰ ਲਓ, ਸਾਬਰ ਕੋਟੀ ਦੀ ਗੱਲ ਕਰ ਲਓ, ਸਰਦੂਲ ਸਿਕੰਦਰ ਦੀ ਗੱਲ ਕਰ ਲਓ, ਤੁਸੀਂ ਇਹਦੇ ਵਿੱਚ ਜਸਵੀਰ ਜੱਸੀ ਦੀ ਗੱਲ ਕਰ ਲਓ, ਤੁਸੀਂ ਇਹਦੇ ਵਿੱਚ ਲਖਵਿੰਦਰ ਵਡਾਲੀ ਦੀ ਗੱਲ ਕਰ ਲਓ, ਸਲੀਮ ਦੀ ਗੱਲ ਕਰ ਲਓ ਨਵੇਂਪੁਰ ਦੇ ਵਿੱਚੋਂ। ਸੋ ਬਾਕਮਾਲ ਸ਼ਖਸੀਅਤ ਸੀ ਸਰਦੂਲ ਸਿਕੰਦਰ। ਜਦੋਂ ਕੋਈ ਤੁਰ ਜਾਂਦਾ ਆਮ ਤੌਰ ਦੇ ਉੱਤੇ ਸਾਰੇ ਕਹਿੰਦੇ ਬੰਦਾ ਬਹੁਤ ਚੰਗਾ ਸੀ, ਮਾੜੇ ਨੂੰ ਵੀ ਚੰਗਾ ਕਿਹਾ ਜਾਂਦਾ, ਪਰ ਸਰਦੂਲ ਸਿਕੰਦਰ ਸੱਚੀ ਮੁੱਚੀ ਚੰਗਾ ਸੀ। ਜਦੋਂ ਅਸੀਂ ਇੰਟਰਵਿਊ ਕੀਤੀ ਕੱਲ ਵੀ ਦੱਸਿਆ ਵੀ ਉਦੋਂ ਉਹਨਾਂ ਨੇ ਕਿਹੋ ਜਿਹਾ ਰੰਗ ਪੇਸ਼ ਕੀਤਾ, ਉਹ ਮੇਰਾ ਖਿਆਲ ਹੈ ਵੀ ਆਪਣੇ ਚੇਤੇ ਦੇ ਵਿੱਚੋਂ ਕਦੇ ਨਿਕਲਣੀ ਨਹੀਂ ਗੱਲ ਵੀ ਕੱਲੀ ਕੱਲੀ ਗੱਲ ਉਹਨਾਂ ਨੇ ਕਿਵੇਂ ਸੁਣਾਈ ਤੇ ਸਮਝਾਈ। ਬਿਲਕੁਲ ਸਹੀ ਟਾਣਾ ਸਾਹਿਬ, ਇਹ ਨਾ ਸਾਰਾ ਕੁਝ ਮਤਲਬ ਕਦੇ ਸੋਚਿਆ ਨਹੀਂ ਸੀ ਕਿ ਦੁਬਾਰਾ ਕਦੇ ਮੁਲਾਕਾਤ ਨਹੀਂ ਹੋ ਸਕੇਗੀ। ਸੋ ਇਹ ਸਾਰਾ ਕੁਝ ਦੁਬਾਰਾ ਤੋਂ ਇੱਕ ਵਾਰ ਫਿਲਮ ਦੀ ਤਰ੍ਹਾਂ ਅੱਖਾਂ ਦੇ ਅੱਗੇ ਚੱਲਣ ਲੱਗ ਗਿਆ। ਜਿਵੇਂ ਜਿਵੇਂ ਅਸੀਂ ਉਹਨਾਂ ਦੇ ਨਾਲ ਉਹ ਪਲ ਬਿਤਾਏ, ਉਹ ਗੱਲਾਂ ਸਾਂਝੀਆਂ ਕੀਤੀਆਂ, ਇਹ ਸਾਰਾ ਕੁਝ ਦੁਬਾਰਾ ਤੋਂ ਜ਼ਿਹਨ ਦੇ ਵਿੱਚ ਜਿਉਂਦਾ ਹੋ ਗਿਆ। ਸੋ ਖੈਰ ਚੱਲੇ ਹਰੇਕ ਨੇ ਜਾਣਾ, ਪਰ ਜਿਹੜੇ ਕੁਝ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਨਾ ਚਾਹੇ ਸਰੀਰਕ ਤੌਰ ਤੇ ਚਲ ਜਾਂਦੇ ਨੇ ਪਰ ਉਹਨਾਂ ਦਾ ਨਾਂ ਕਦੇ ਨਹੀਂ ਖਤਮ ਹੁੰਦਾ, ਤੇ ਸਰਦੂਲ ਸਿਕੰਦਰ ਉਹਨਾਂ ਦੇ ਵਿੱਚੋਂ ਇੱਕ। ਬਿਲਕੁਲ ਸਹੀ। ਸੋ ਬਾਕੀ ਫਿਲਹਾਲ ਦੇ ਲਈ ਅਸੀਂ ਪੂਰੀ ਪ੍ਰਾਈਮ ਏਸ਼ੀਆ ਦੀ ਟੀਮ ਦੇ ਵੱਲੋਂ ਉਹਨਾਂ ਦੇ ਪਰਿਵਾਰ ਦੇ ਨਾਲ ਆ, ਅਸੀਂ ਆਪਣਾ ਦੁੱਖ ਉਹਨਾਂ ਦੇ ਨਾਲ ਸਾਂਝਾ ਕਰਦੇ ਹਾਂ ਤੇ ਬਾਕੀ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ ਜੀ। ਜਾਣਦਾ ਹੋ ਗਿਆ ਵੇਲਾ, ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਦੋਵਾਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।